ਤੇ ਆਪਾਂ ਸ਼ੁਰੂ ਕਰੀਏ ਅੱਜ। ਇਹ ਅੱਜ ਅਸੀਂ 148 ਅੰਕ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ। ਉਹ ਜਿਹੜੀ ਮਾਝ ਰਾਗ ਦੀ ਵਾਰ ਹੈਗੀ ਪਹਿਲੀ ਪਾਤਸ਼ਾਹੀ ਦੀ, ਉਹਦੀ 27 ਪੌੜੀਆਂ ਹੈਗੀਆਂ ਅਤੇ ਅਸੀਂ ਜਿਹੜੇ ਪਹੁੰਚੇ ਹਾਂ ਹਾਲੇ 21ਵੀਂ ਪੌੜੀ ਹੋ ਗਈ ਹੈ। 22ਵੀਂ ਪੌੜੀ ਸ਼ੁਰੂ ਕਰਨ ਲੱਗੇ। ਮੰਤਰੀ ਸ਼ਲੋਕ ਮਹੱਲਾ ਦੂਜਾ। ਮੰਤਰੀ ਹੋਏ ਅਠੂਹਿਆਂ ਨਾਗੀ ਲੱਗੇ ਜਾਏ। ਆਪਣ ਹੱਥੀ ਆਪਣਾ ਦੇ ਕੂਚਾ ਆਪੇ ਲਾਏ। ਅਠੂਹਿਆਂ ਮਤਲਬ ਹੁੰਦੇ ਜਿਹੜੇ ਕਹਿੰਦੇ ਬਿੱਛੂ ਕਹਿੰਦੇ, ਜਿਹਨੂੰ ਠੂਹਾਂ ਕਹਿੰਦੇ ਆ ਪੰਜਾਬੀ ਦੇ ਵਿੱਚ। ਕਹਿੰਦੇ ਜਾਣਕਾਰ ਜਿਹੜਾ ਮੰਤਰੀ ਜਿਹੜਾ ਹੈਗਾ, ਮੰਤਰ ਜਿਹੜਾ ਹੈਗਾ ਬਿੱਛੂਆਂ ਦਾ ਜਿਹੜਾ ਹੈਗਾ, ਕਾਰੀਗਰ ਤਾਂ ਬਿੱਛੂਆਂ ਦਾ ਹੈਗਾ। ਅਤੇ ਜਾ ਕੇ ਜਿਹੜਾ ਹੈਗਾ ਲੱਗ ਗਿਆ ਜਾ ਕੇ ਨਾਗ ਨੂੰ, ਜਿਹੜਾ ਹੈਗਾ ਨਾਗ ਨੂੰ ਜਾ ਕੇ ਜਿਹੜਾ ਹੈਗਾ ਪੰਗੇ ਲੈਣ ਨਾਗਾਂ ਦੇ ਨਾਲ ਲੱਗ ਗਿਆ। ਆਉਂਦਾ ਉਹਨੂੰ ਬਿੱਛੂਆਂ ਦਾ ਹੈਗਾ। ਬਿੱਛੂਆਂ ਦਾ ਜਿਹੜਾ ਹੈਗਾ, ਬਿੱਛੂਆਂ ਦੇ ਬਾਰੇ ਜਾਣਦਾ ਹੈ ਵੀ ਬਿੱਛੂ ਕਿੱਥੋਂ ਪਿੱਛੋਂ ਪੂਛ ਤੋਂ ਡੰਗ ਮਾਰਦਾ ਹੈ, ਕਿਵੇਂ ਬਿੱਛੂ ਨੂੰ ਫੜਨਾ ਹੈ, ਕਿਵੇਂ ਬਿੱਛੂ ਨੂੰ ਉਹ ਕਰਨਾ ਹੈ, ਉਹ ਸਾਰਾ ਪਤਾ ਹੈ। ਹੁਣ ਜਾ ਕੇ ਜਿਹੜਾ ਹੈਗਾ ਪੰਗਾ ਉਹਨੇ ਨਾਗ ਦੇ ਨਾਲ ਲੈ ਲਿਆ। ਅਤੇ ਭਾਈ ਫਿਰ ਤਾਂ ਜਿਹੜਾ ਹੈਗਾ ਮਹਾਰਾਜ ਕਹਿੰਦੇ ਇਹ ਤਾਂ ਬੇਵਕੂਫੀ ਹੈਗੀ ਉਹਦੀ। ਆਪਣ ਹੱਥੀ ਆਪਣੇ ਦੇ ਕੂਚਾ ਆਪੇ ਲਾਏ। ਕਹਿੰਦੇ ਆਪਣੇ ਹੱਥਾਂ ਦੇ ਨਾਲ ਆਪ ਹੀ ਪੰਗਾ ਲੈ ਕੇ ਆਪ ਹੀ ਜਿਹੜੇ ਆਪਣੀ ਮੌਤ ਸਹੇੜ ਰਿਹਾ ਹੈ ਉਹ ਇਨਸਾਨ। ਆਪਣੇ ਆਪ ਨੂੰ ਜਿਹੜਾ ਆਪ ਹੀ ਜਿਹੜਾ ਹੈਗਾ ਮੌਤ ਦੇ ਮੂੰਹ 'ਚ ਪਾ ਰਿਹਾ ਹੈ। ਇਹਦੇ ਵਿੱਚ ਗਿਆਨ ਕੀ ਹੋਇਆ? ਇਹਦੇ ਵਿੱਚ ਗਿਆਨ ਕੀ ਦੇਣਾ ਚਾਹੁੰਦੇ ਆ ਮਹਾਰਾਜ? ਹੁਕਮ ਪਿਆ ਤੁਰ ਖਸਮ ਕਾ ਅਤਿਹੁ ਧੱਕਾ ਖਾਏ। ਕਹਿੰਦੇ ਮਾਲਕ ਪਰਮਾਤਮਾ ਦਾ ਹੁਕਮ, ਜਿਸ ਤਰ੍ਹਾਂ ਹੁਕਮ ਹੈ ਮਾਲਕ ਦੇ, ਜੇ ਨਿਯਮ ਹੈਗੇ ਉਹਦੇ ਅਨੁਸਾਰ ਜਿਹੜਾ ਹੈਗਾ ਬਹੁਤ ਵੱਡਾ ਧੱਕਾ ਲੱਗਣਾ ਹੈ ਉਹਨੂੰ। ਮਨੁੱਖੀ ਜੂਨ ਉਹਦੀ ਖਸਕ ਜਾਣੀ ਹੈ। ਕੀ ਮਤਲਬ ਹੋਇਆ? ਕਿਸ ਤਰੀਕੇ ਦੇ ਨਾਲ ਇਹਦਾ ਭੇਦ ਕੀ ਹੈਗਾ? ਇਹ ਬਿੱਛੂ ਤੇ ਜਿਹੜਾ ਠੂਹਾਂ ਤੇ ਆਪਣੇ ਸੱਪ ਨਾਗ ਦੀ ਗੱਲ ਕਰਕੇ ਮਹਾਰਾਜ ਜਿਹੜੇ ਹੈਗੇ ਇਹਦੇ ਅੰਦਰ ਜਿਹੜੀ ਹੈਗੀ ਬੁਝਾਰਤ ਕੀ ਹੈਗੀ ਆ? ਇਹ ਬ੍ਰਹਮ ਗਿਆਨ ਕੀ ਹੈਗਾ ਇਹਦੇ ਵਿੱਚ? ਬ੍ਰਹਮ ਗਿਆਨ ਇਹ ਹੈਗਾ ਭਾਈ ਆਪਾਂ ਜਿਹੜੇ ਸਾਰੇ ਦੇ ਸਾਰੇ ਹੀ ਇਹੀ ਕੰਮ ਕਰਦੇ ਹਾਂ। ਆਪਾਂ ਸਾਰੇ ਦੇ ਸਾਰੇ ਇਹੀ ਕੰਮ ਕਰਦੇ ਹਾਂ। ਆਪਾਂ ਬਿੱਛੂਆਂ ਦੇ ਜਿਹੜੇ ਹੈਗੇ ਆ, ਬਿੱਛੂਆਂ ਦੀ ਜਾਣਕਾਰੀ ਹੈਗੀ। ਬਿੱਛੂ ਦਾ ਮਤਲਬ ਆਪਾਂ ਮਾਇਆ, ਇਹ ਪਦਾਰਥ, ਸਵਾਦ, ਦੁਨੀਆ ਦੇ ਰਸਕਸ, ਦੁਨੀਆ ਦੇ ਬਾਰੇ ਜਾਣਕਾਰੀ ਹੈਗੀ ਆ। ਔਰ ਪੰਗਾ ਲੈ ਲੈਂਦੇ ਆ ਜਿਹੜੇ ਹੈਗੇ ਉਹ ਗੁਰਮੁਖਾਂ ਦੇ ਨਾਲ। ਮਨਮੁਖ ਬੰਦਾ ਜਿਹੜਾ ਹੈਗਾ ਮਨ ਦੇ ਪਿੱਛੇ ਚੱਲਣ ਵਾਲਾ ਆ। ਇੱਛਾ, ਸ਼ੌਕ ਜੋ ਅੰਦਰ ਖਿੱਚ ਸਾਰੀ ਦੀ ਸਾਰੀ ਪਦਾਰਥਾਂ ਦੀ ਹੈਗੀ, ਭੋਗਾਂ ਦੀ ਹੈਗੀ ਆ। ਅਤੇ ਜਾ ਕੇ ਜਿਹੜਾ PhD ਜਿਹੜੀ ਹੈਗੀ ਆਪਣੀ ਸ਼ੋਅ ਕਰਦਾ ਹੈ ਗੁਰਮੁਖਾਂ ਦੇ ਨਾਲ, ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ ਆ। ਅਤੇ ਉਹਨਾਂ ਦੇ ਨਾਲ ਜਾ ਕੇ ਚੌਧਰਪੁਣਾ ਉੱਥੇ ਦਿਖਾਉਂਦਾ ਹੈ ਆਪਣਾ। ਉਹਨਾਂ ਨੂੰ ਜਿਹੜਾ ਹੈਗਾ ਬੁਰਾ ਭਲਾ ਜਿਹੜਾ ਹੈਗਾ ਉਹਨਾਂ ਨੂੰ ਕਹਿੰਦਾ ਹੈ, ਪੰਗਾ ਉਹਨਾਂ ਦੇ ਨਾਲ ਲੈਂਦਾ ਹੈ। ਮੰਤਰੀ ਹੋਏ ਅਠੂਹਿਆਂ ਨਾਗੀ ਲੱਗੇ ਜਾਏ। ਆਪਣ ਹੱਥੀਂ ਆਪਣੇ ਦੇ ਕੂਚਾ ਆਪੇ ਲਾਏ। ਦੂਸਰੀ ਪਾਤਸ਼ਾਹੀ ਕਹਿ ਰਹੀ ਹੈ, ਸ਼ਲੋਕ ਮਹੱਲਾ ਦੂਜਾ। ਕਹਿੰਦੇ ਉਹ ਤਾਂ ਆਪਣੇ ਹੱਥ ਦੇ ਨਾਲ ਜਿਹੜਾ ਹੈਗਾ ਆਪ ਹੀ ਜਿਹੜਾ ਹੈਗਾ ਆਪਣਾ ਮਨੁੱਖੀ ਜੂਨ ਜਿਹੜੀ ਹੈਗੀ ਆ ਉਹਨੂੰ ਖਤਮ ਕਰ ਰਿਹਾ ਹੈ। ਆਤਮਿਕ ਮੌਤ ਆਪ ਹੀ ਸਹੇੜ ਰਿਹਾ ਹੈ ਭਾਈ। ਇਹ ਪਰਮਾਤਮਾ ਦਾ ਹੁਕਮ ਹੈ ਭਾਈ। ਇਹਨੇ ਜਿਹੜਾ ਹੈਗਾ ਧੱਕੇ ਖਾਣੇ ਹੀ ਖਾਣੇ ਹੈਗੇ। ਇਹਨੇ ਜੂਨਾਂ 'ਚ ਜਾਣਾ ਹੀ ਜਾਣਾ ਹੈਗਾ। ਕਿਉਂਕਿ ਜਿੱਥੋਂ ਜੂਨਾਂ 'ਚ ਬਚਣ ਦਾ ਜਿਹੜਾ ਹੈਗਾ ਚਾਂਸ ਸੀ, ਜਿੱਥੋਂ ਗਿਆਨ ਮਿਲਣਾ ਸੀਗਾ, ਉਹਨਾਂ ਦੀ ਨਿੰਦਾ ਚੁਗਲੀ, ਉਹਨਾਂ ਦੇ ਨਾਲ ਹੀ ਪੰਗਾ ਲੈ ਰਿਹਾ ਹੈ। ਮੰਤਰੀ ਹੋਏ ਅਠੂਹਿਆਂ ਨਾਗੀ ਲੱਗੇ ਜਾਏ। ਆਪਣ ਹੱਥੀਂ ਆਪਣੇ ਦੇ ਕੂਚਾ ਆਪੇ ਲਾਏ। ਹੁਕਮ ਪਿਆ ਤੁਰ ਖਸਮ ਕਾ ਅਤਿਹੁ ਧੱਕਾ ਖਾਏ। ਅਤਿਹੁ ਧੱਕਾ ਖਾਏ, ਬਹੁਤ ਵੱਡਾ ਧੱਕਾ ਮਿਲਣਾ ਹੈ ਭਾਈ। 84 ਲੱਖ ਜੂਨਾਂ ਦਾ ਗੇੜਾ ਹੋ ਜਾਣਾ ਹੈ। ਗੁਰਮੁਖ ਸਿਉ ਇੱਥੋਂ ਪਤਾ ਲੱਗਦਾ ਹੈ। ਗੁਰਮੁਖ ਸਿਉ ਮਨਮੁਖ ਅੜੈ ਡੁੱਬੇ ਹੱਕ ਨਿਆਏ। ਕਹਿੰਦੇ ਗੁਰਮੁਖ ਦੇ ਨਾਲ ਮਨਮੁਖ ਅੜ ਰਿਹਾ ਆ,
ਔਰ ਦੇਖੋ ਪੂਰਾ ਦਾ ਪੂਰਾ ਜਿਹੜਾ ਹੈਗਾ ਆਰਗੂਮੈਂਟ ਤੇ ਆਰਗੂਮੈਂਟ ਉਹਨੇ ਪੂਰਾ ਜਿਹੜਾ ਹੈਗਾ ਉਸ 'ਤੇ ਲੱਗ ਜਾਣਾ। ਔਰ ਗੱਲਾਂ ਕਿਸ ਤਰ੍ਹਾਂ ਵੀ ਮੀਟ ਖਾਣਾ ਚੰਗਾ ਹੈਗਾ ਜਾਂ ਮੀਟ ਖਾਣਾ ਮਨਾ ਹੈਗਾ ਗੁਰਬਾਣੀ ਦੇ ਵਿੱਚ, ਜਾਂ ਮੀਟ ਖਾਣਾ ਸਹੀ ਹੈਗਾ, ਇਸ ਤਰ੍ਹਾਂ ਦੀਆਂ ਗੱਲਾਂ। ਮੀਟ ਖਾਣਾ ਭਾਈ ਬਾਣੀ ਤਾਂ ਕਹਿੰਦੀ ਹੈ ਕਿ ਤੂੰ ਸਵਾਦ, ਜਿਹੜੇ ਦੁਨੀਆ ਦੇ ਸਵਾਦ ਵਾਸਤੇ ਜਿਹੜਾ ਕੋਈ ਵੀ ਚੀਜ਼ ਲੈ ਰਿਹਾ ਹੈ ਸਵਾਦ ਦੇ ਵਾਸਤੇ, ਉਹ ਚੀਜ਼ ਮਾੜੀ ਹੈਗੀ। ਬਾਣੀ ਤਾਂ ਕਹਿੰਦੀ ਹੈ ਕਿ ਇਹੀ ਤਾਂ ਮਾਲਕ ਨੇ ਜਿਹੜਾ ਹੈਗਾ ਗੇਮ ਪਾਈ ਹੋਈ ਆ ਕਿ ਆਪਾਂ ਨੂੰ ਜਿਹੜੇ ਹੈਗੇ ਮਾਇਆ, ਜਿਹੜੀ ਪੰਜ ਗਿਆਨ ਇੰਦਰੀਆਂ ਦੇ ਥਰੂ ਦੁਨੀਆ ਦੇ ਪਦਾਰਥ, ਦੁਨੀਆ ਦੇ ਸਵਾਦ ਜਿਹੜੇ ਹੈਗੇ, ਆਪਾਂ ਉਹ ਸਵਾਦਾਂ ਦੇ ਨਾਲ ਲੱਗ ਜਾਂਦੇ ਹਾਂ। ਔਰ ਸਵਾਦਾਂ ਦੇ ਵਿੱਚ ਆਪਾਂ ਆਪਣਾ ਜਿਹੜਾ ਹੈਗਾ ਸਿਰਫ ਸਵਾਦ ਦੇ ਵਾਸਤੇ ਆਪਾਂ ਜਿਹੜੇ ਹੈਗੇ ਆ ਦੁਨੀਆ ਦੇ ਪਦਾਰਥ ਲੈਂਦੇ ਹਾਂ। ਬਸ ਜਿੱਥੇ ਸਵਾਦ ਆ ਗਿਆ ਉੱਥੇ ਜਿਹੜਾ ਹੈਗਾ ਆਪਾਂ ਫਸ ਗਏ ਮਾਇਆ ਦੇ ਵਿੱਚ। ਉਹ ਤਾਂ ਕੁਐਸਚਨ ਹੀ ਗਲਤ ਹੈਗਾ ਭਾਈ ਕਿ ਜਿਹੜਾ ਹੈਗਾ ਉਹ ਜਿਹੜੀ ਕੋਈ ਵੀ ਜਿਹੜੀ ਹੈਗੀ ਮਨਮੁਖ ਬੰਦਾ ਹੈਗਾ ਅਤੇ ਗੁਰਮੁਖ ਦੇ ਨਾਲ ਜਿਹੜਾ ਹੈਗਾ ਉਹ ਉਸ ਰਸਤੇ ਦਾ ਪਾਂਦੀ ਹੀ ਨਹੀਂ ਹੈ, ਉਸ ਰਸਤੇ ਦਾ ਰਾਹੀ ਹੀ ਨਹੀਂ ਹੈਗਾ, ਅਤੇ ਉਹ ਜਿਹੜਾ ਹੈਗਾ ਉਹਦੇ ਨਾਲ ਜਿਹੜਾ ਹੈਗਾ ਅੜ ਰਿਹਾ ਆ। ਅਤੇ ਡੁੱਬੇ ਹੱਕ ਨਿਆਂ, ਕਹਿੰਦੇ ਮਾਲਕ ਪਰਮਾਤਮਾ ਦਾ ਨਿਆਂ ਐਸਾ ਹੈਗਾ ਕਿ ਭਾਈ ਉਹਨੇ ਤਾਂ ਜਿਹੜੇ ਹੈਗੇ ਆ ਸਹੀ ਜਿਹੜੀ ਹੈ ਗੱਲ ਕਰਨੀ ਹੈ। ਮਾਲਕ ਪਰਮਾਤਮਾ ਦਾ ਨਿਆਂ ਸੱਚਾ ਹੈਗਾ ਅਤੇ ਉਹਨੇ ਡੁੱਬਣਾ ਹੀ ਡੁੱਬਣਾ ਹੈਗਾ ਭਾਈ। ਮਾਲਕ ਦਾ ਨਿਆਂ ਸੱਚਾ ਹੈਗਾ। ਦੋਹਾਂ ਸਿਰਿਆਂ ਆਪੇ ਖਸਮ ਵੇਖੇ ਕਰ ਵਿਉਪਾਏ, ਕਹਿੰਦੇ ਦੋਨਾਂ ਸਿਰਿਆਂ ਦਾ ਖਸਮ ਮਾਲਕ ਪਰਮਾਤਮਾ ਆਪ ਹੈਗਾ। ਔਰ ਪੂਰੀ ਤਰ੍ਹਾਂ ਜਿਹੜਾ ਹੈਗਾ ਮਾਲਕ ਪਰਮਾਤਮਾ ਜਿਹੜਾ ਹੈਗਾ ਇਸ ਨੂੰ ਜਿਹੜਾ ਹੈਗਾ ਵਿਉਪਾਏ, ਮਤਲਬ ਜਿਹੜਾ ਹੈਗਾ ਇਹਨੂੰ ਪੂਰੀ ਤੱਕੜੀ ਦੇ ਵਿੱਚ ਤੋਲ ਦਿੰਦਾ ਹੈ। ਮਾਲਕ ਪਰਮਾਤਮਾ ਸੱਚਾ ਨਿਆਂ ਕਰਦਾ ਹੈ। ਨਾਨਕ ਏਵੇਂ ਜਾਣੀਏ ਸਭ ਕਿਸ ਤਿਸ ਰਜਾਏ। ਔਰ ਇਹ ਸਾਰਾ ਯਾਦ ਰੱਖ ਲਓ ਵੀ ਸਾਰਾ ਕੁਛ ਜੋ ਕੁਛ ਵੀ ਹੈ ਦੁਨੀਆ ਦੇ ਵਿੱਚ ਉਹ ਮਾਲਕ ਦੀ ਮਰਜ਼ੀ ਦੇ ਨਾਲ ਹੋ ਰਿਹਾ ਹੈ, ਉਹਦੀ ਰਜ਼ਾ ਹੈਗੀ। ਜੇ ਆਪਾਂ ਵੀ ਜਿਹੜੇ ਹੈਗੇ ਇਸ ਜਿਹੜੇ ਜਾਲ 'ਚੋਂ, ਮਾਇਆ ਦੇ ਜਾਲ 'ਚੋਂ ਨਿਕਲਣਾ ਚਾਹੁੰਦੇ ਹਾਂ ਅਤੇ ਉਹਦੀ ਰਜ਼ਾ, ਉਹਨੇ ਜਿਹੜਾ ਦਰਵਾਜ਼ਾ ਰੱਖਿਆ ਹੈ ਉਸੇ ਦਰਵਾਜ਼ੇ ਤੋਂ ਨਿਕਲ ਸਕਦੇ ਹਾਂ। ਔਰ ਉਹਨੇ ਦਰਵਾਜ਼ਾ ਰੱਖਿਆ ਹੈ ਬ੍ਰਹਮ ਗਿਆਨੀਆਂ ਦਾ, ਗੁਰਮੁਖਾਂ ਦਾ, ਇਹ ਗੁਰੂ ਦਾ ਦਰਵਾਜ਼ਾ, ਗੁਰੂ ਦੀ ਮੱਤ ਲੈ ਕੇ ਔਰ ਉਹਦੇ ਨਾਲ ਉਹਦੀ ਕਮਾਈ ਕਰਕੇ ਆਪਾਂ ਨਿਕਲ ਸਕਦੇ ਹਾਂ। ਗੁਰੂ ਕੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਜਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਨਾ ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਠੀਕ ਹੈ ਜੀ, ਠੀਕ ਹੈ। ਨਹੀਂ ਹੈ? ਆ ਰਹੀ ਹੈ ਮੇਰੀ ਆਵਾਜ਼? ਹਾਂਜੀ ਵਧੀਆ ਆ ਰਹੀ। ਉਹ ਸੌਰੀ, ਉਹ ਥੋੜਾ ਮਾਈਕ ਤਾਂ ਨਹੀਂ ਕੋਈ। ਹਾਂਜੀ, ਮੈਂ ਉਹ ਆਪ ਜੀ ਦੀ ਸੁਣ ਰਿਹਾ ਸੀ ਵਿਚਾਰ। ਹਾਂਜੀ, ਆਪ ਤੋਂ ਬੋਲੋ ਮੇਜਰ ਸਾਹਿਬ ਦੁਬਾਰਾ। ਹਾਂ, ਇਹਦੇ ਵਿੱਚ ਜਿਹੜੇ ਹੈਗੇ ਮਹਾਰਾਜ ਦੂਸਰੀ ਪਾਤਸ਼ਾਹੀ ਦਾ ਸ਼ਲੋਕ ਹੈਗਾ 148 ਅੰਗ ਦੇ ਉੱਤੇ 148 ਤੇ ਦੂਸਰੀ ਪਾਤਸ਼ਾਹੀ ਕਹਿ ਰਹੀ ਹੈ ਕਿ ਮੰਤਰੀ ਹੋਏ ਅਠੂਹਿਆਂ ਨਾਗੀ ਲੱਗੇ ਜਾਏ। ਕਹਿੰਦੇ ਮੰਤਰੀ ਕਹਿੰਦੇ ਹੈਗੇ ਕਿ ਜਾਣਕਾਰ ਜਿਹੜਾ ਹੈਗਾ ਉਹ ਹੈਗਾ ਵਿਛੂਆਂ ਦਾ, ਠੂਹਿਆਂ ਦਾ ਜਾਣਕਾਰ ਹੈਗਾ ਅਤੇ ਪੰਗਾ ਲੈ ਰਿਹਾ ਹੈ ਜਾ ਕੇ ਨਾਗ ਦੇ ਨਾਲ, ਨਾਗੀ ਲੱਗੇ ਜਾਏ। ਨਾ ਤੁਹਾਡਾ ਡਿਸਟਰਬੈਂਸ ਆ ਰਿਹਾ। ਹਾਂਜੀ, ਮੰਤਰੀ ਹੋਏ ਅਠੂਹਿਆਂ ਨਾਗੀ ਲੱਗੇ ਜਾਏ, ਆਪਣ ਹੱਥੀਂ ਆਪਣੇ ਦੇ ਕੂਚਾ ਆਪੇ ਲਾਏ। ਕਹਿੰਦੇ ਆਪਣੇ ਹੱਥ ਦੇ ਨਾਲ ਜਿਹੜਾ ਹੈਗਾ ਆਪ ਹੀ ਜਿਹੜਾ ਹੈਗਾ ਅੱਗ ਲਗਾ ਰਿਹਾ ਹੈ ਆਪਣੇ ਜੀਵਨ ਨੂੰ। ਇਹ ਮੰਤਰੀ ਹੋਏ ਅਠੂਹਿਆਂ ਨਾਗੀ ਲੱਗੇ ਜਾਏ ਦਾ ਕੀ ਮਤਲਬ ਆ? ਅੱਗੇ ਜਾ ਕੇ ਮਹਾਰਾਜ ਨੇ ਦੱਸਿਆ ਆ, ਹੁਕਮ ਪਿਆ ਤੁਰ ਖਸਮ ਕਾ ਅਤਿਹੁ ਧੱਕਾ ਖਾਏ। ਕਹਿੰਦੇ ਜਿਹੜਾ ਇਸ ਤਰ੍ਹਾਂ ਕਰਦਾ ਆ ਉਹ ਬੰਦਾ ਧੱਕੇ ਖਾਂਦਾ ਹੈ ਭਾਈ, ਜੂਨਾਂ ਦੇ ਵਿੱਚ ਜਾਂਦਾ ਹੈ। ਗੁਰਮੁਖ ਸਿਉ ਮਨਮੁਖ ਅੜੈ, ਡੁੱਬੇ ਹੱਕ ਨਿਆਏ। ਹੈਗਾ ਭਾਈ, ਇੱਥੇ ਦੱਸਿਆ ਮਹਾਰਾਜ ਨੇ ਵੀ ਇਹ ਠੂਹਾਂ ਅਤੇ ਮੰਤਰੀ ਠੂਹਿਆਂ ਦਾ ਅਤੇ ਨਾਗੀ ਕੀ ਚੀਜ਼ ਹੈਗਾ। ਕਹਿੰਦੇ ਗੁਰਮੁਖ ਸਿਉ ਮਨਮੁਖ ਅੜੇ। ਮਨਮੁਖ ਜਿਹੜਾ ਹੈਗਾ, ਮਨਮੁਖ ਬੰਦਾ ਹੈ, ਗੁਰਮੁਖ ਦੇ ਨਾਲ ਜਿਹੜਾ ਹੈ ਬਹਿਸ ਮੁਬੈਸਾ ਕਰਦਾ ਹੈ, ਉਹਦੇ ਨਾਲ ਜਿਹੜਾ ਹੈਗਾ ਆਰਗੂਮੈਂਟ ਕਰਦਾ ਹੈ, ਉਹਨੂੰ ਆਪਣੀਆਂ ਦਲੀਲਾਂ ਦੇ ਨਾਲ ਜਿਹੜਾ ਹੈਗਾ ਉਹਨੂੰ ਨਿਰੁੱਤਰ ਕਰ ਦਿੰਦਾ ਹੈ। ਫਾਲਤੂ ਬਿਲਕੁਲ ਉਹ ਇੰਟਰਸਟਿਡ, ਉਹਦੇ ਅੰਦਰ ਇੰਟਰਸਟ ਜਿਹੜਾ ਹੈਗਾ ਉਹਦਾ ਮਾਇਆ ਦਾ, ਪਦਾਰਥਾਂ ਦਾ ਹੈਗਾ, ਉਹਨੂੰ ਇਹਦੇ ਨਾਲ ਜਿਹੜਾ ਹੈ ਗੁਰਮੁਖ ਸਿਸਟਮ ਦੇ ਨਾਲ ਜਾਂ ਉਹਨੂੰ ਭਗਤੀ ਦੇ ਨਾਲ, ਉਹਨੂੰ ਪਰਮਾਤਮਾ ਦੇ ਨਾਲ ਕੋਈ ਇੰਟਰਸਟ ਨਹੀਂ ਹੈਗਾ। ਬਸ ਉਹ ਜਿਹੜਾ ਹੈਗਾ
ਖਾਲੀ ਉਹਨੇ ਆਰਗੂਮੈਂਟ ਕਰਨੀ ਹੈਗੀ। ਅਤੇ ਕਹਿੰਦੇ ਉਹ ਤਾਂ ਡੁੱਬੂਗਾ ਹੀ ਡੁੱਬੂਗਾ ਭਾਈ। ਪਰਮਾਤਮਾ ਦਾ ਜਿਹੜਾ ਹੈਗਾ ਸੱਚਾ ਨਿਆਂ ਹੈਗਾ, ਹੱਕ ਨਿਆਂ ਹੈ, ਮਤਲਬ ਉਹ ਮਾਲਕ ਤਾਂ ਹੱਕ ਦਾ ਨਿਆਂ ਕਰਦਾ ਹੈ ਅਤੇ ਇਹਨੇ ਡੁੱਬਣਾ ਹੀ ਡੁੱਬਣਾ ਹੈਗਾ, ਕਿਉਂਕਿ ਇਹਦਾ ਇੰਟਰਸਟ ਹੀ ਨਹੀਂ ਹੈਗਾ। ਇਹ ਫਾਲਤੂ ਜਿਹੜਾ ਹੈਗਾ ਸਿਰਫ ਗੱਲਾਂ ਦੇ ਨਾਲ ਜਿਹੜਾ ਹੈਗਾ, ਆਰਗੂਮੈਂਟ ਦੇ ਨਾਲ ਜਿਹੜਾ ਹੈਗਾ ਉਹ ਇਹ ਪਰਮਾਤਮਾ ਦੀ ਜਿਹੜੀ ਬੰਦਗੀ ਕਰਨ ਵਾਲੇ ਹੈਗੇ ਉਹਨਾਂ ਨੂੰ ਜਿਹੜਾ ਹੈਗਾ ਦੂਸਰਿਆਂ ਨੂੰ ਜਿਨ੍ਹਾਂ ਨੂੰ ਉਹਨਾਂ ਨੇ ਡਾਇਰੈਕਸ਼ਨ ਦੇਣੀ ਹੈ ਜਾਂ ਕੁਛ ਦੂਸਰਿਆਂ ਨੇ ਉਹਦੇ ਵਿੱਚ ਜਿਹੜਾ ਹੈਗਾ ਵਿਘਨ ਪਾ ਰਿਹਾ ਹੈ। ਇਹ ਪਰਮਾਤਮਾ ਦੇ ਜਿਹੜੇ ਰਸਤਾ ਮਾਲਕ ਨੇ ਬਣਾਇਆ ਉਹਦੇ 'ਚ ਵਿਘਨ ਪਾ ਰਿਹਾ। ਦੋਹਾਂ ਸਿਰਿਆਂ ਆਪੇ ਖਸਮ ਵੇਖੇ ਕਰ ਵਿਉਪਾਏ। ਕਹਿੰਦੇ ਮਾਲਕ ਪਰਮਾਤਮਾ ਦੋਨੋਂ ਸਿਰੇ ਜਿਹੜੇ ਹੈਗੇ ਉਹ ਮਾਲਕ ਪਰਮਾਤਮਾ ਦੇ ਹੀ ਹੈਗੇ ਆ ਪਾਏ। ਮਨਮੁਖ ਅਤੇ ਗੁਰਮੁਖ, ਨੈਗੇਟਿਵਿਟੀ ਪੋਜ਼ੀਟਿਵਿਟੀ, ਮਾਇਆ ਅਤੇ ਲਿਵ ਵਾਲੀ, ਦੋਨੋਂ ਦੇ ਦੋਨੋਂ ਮਾਲਕ ਪੂਰੀ ਤਰ੍ਹਾਂ ਇਨਵਾਲਵ ਹੈਗਾ। ਆਹੀ ਤਾਂ ਗੇਮ ਪਾਈ ਹੈ ਉਹਨੇ, ਦੋਨਾਂ ਦੀ ਜਿਹੜੀ ਹੈਗੀ ਦੋਨਾਂ ਦਾ ਘੋਲ ਹੈਗਾ ਪਾਏ। ਇਹ ਦੋਨਾਂ ਨੂੰ ਮਾਲਕ ਜਿਹੜਾ ਹੈਗਾ ਪੂਰੀ ਤਰ੍ਹਾਂ ਗੌਰ ਦੇ ਨਾਲ ਦੇਖ ਰਿਹਾ। ਵਿਉ ਪਾਏ ਮਤਲਬ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਦੇਖ ਰਿਹਾ ਹੈ। ਨਾਨਕ ਏਵੇਂ ਜਾਣੀਏ ਸਭ ਕਿਛ ਤਿਸੈ ਰਜਾਏ। ਕਹਿੰਦੇ ਇਸ ਤਰ੍ਹਾਂ ਭਾਈ ਜੇ ਨਿਕਲਣਾ ਚਾਹੁੰਦੇ ਆ ਅਤੇ ਆਹ ਨੁਕਤਾ ਲੈਣਾ ਚਾਹੀਦਾ ਹੈ ਕਿ ਮਾਲਕ ਪਰਮਾਤਮਾ ਦੀ ਰਜ਼ਾ ਦੇ ਵਿੱਚ ਹੀ ਹੋ ਰਿਹਾ ਸਾਰਾ। ਆਪਾਂ ਨੂੰ ਉਹਦੀ ਰਜ਼ਾ ਦੇ ਵਿੱਚ ਹੀ ਜਿਹੜਾ ਹੈਗਾ ਚੱਲਣਾ ਚਾਹੀਦਾ ਹੈ। ਅਤੇ ਜਿਹੜਾ ਹੈਗਾ ਜਿਸ ਰਸਤੇ 'ਤੇ ਹੈਗੇ ਆ ਭਾਈ ਉਸੇ ਰਸਤੇ 'ਤੇ ਉਸੇ ਦੀ ਗੱਲ ਕਰਨੀ ਚਾਹੀਦੀ ਆ। ਔਰ ਫਾਲਤੂ ਜਿਹੜੀ ਹੈਗੀ ਆ ਬਹਿਸ ਨੂੰ ਵੈਸਾ ਕਰਨ ਦਾ ਕੋਈ ਮਕਸਦ ਨਹੀਂ ਹੈਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਤੇ ਇੱਥੇ ਪਤਾ ਕੀ ਕਹਿਣਾ ਚਾਹੁੰਦੇ ਨੇ, ਦੇਖੋ ਇੱਕ ਤਾਂ ਕਹਿੰਦੇ ਨਾ ਕਿ ਜਿਹੜੇ ਗੁਰਮੁਖ ਆ ਉਹਦੇ ਨਾਲ ਜਿਹੜਾ ਮਨਮੁਖ ਬਹਿਸ ਕਰਦਾ ਜਾਂ ਗਲਤ ਪ੍ਰਚਾਰ ਕਰਦਾ ਔਰ ਉਹਦੇ ਲਈ ਚੰਗਾ ਨਹੀਂ। ਕਿਉਂ ਕਹਿਣਾ ਪਿਆ? ਆਪਨੇ ਦੇਖਿਆ ਹੋਣਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਖਾਸ ਕਰਕੇ ਆਪਣੀ ਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ। ਕੋਈ ਉਹਨਾਂ ਨੂੰ ਕੁਰਾਈਆ ਕਹਿ ਰਿਹਾ, ਕੋਈ ਭੂਤਨਾ ਕਹਿੰਦਾ ਹੈ, ਕੋਈ ਬੇਤਾਲਾ ਕਹਿੰਦਾ ਹੈ। ਇਹਦਾ ਮਤਲਬ ਕਿ ਭੰਡੀ ਪ੍ਰਚਾਰ ਕਰ ਸਕਦੇ ਨੇ ਬਿਲਕੁਲ। ਆਪ ਦੇਖੋ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਆਪ ਪੜ੍ਹ ਰਹੇ ਜੋ, ਆਪ ਕਿੰਨੇ ਟਾਈਮ ਤੋਂ ਸੁਣ ਰਹੇ ਜੋ, ਬਾਣੀ ਦੇ ਵਿੱਚ ਕੀ ਬੜਾ ਲਿਖਿਆ, ਕੀ ਕੁਰਾਈਆਂ ਵਾਲਾ ਕੰਮ ਲਿਖਿਆ ਦੱਸੋ। ਇਹਦਾ ਮਤਲਬ ਨੈਗੇਟਿਵ ਪ੍ਰਚਾਰ ਕਰਨ ਵਾਲੇ ਉਦੋਂ ਮੌਜੂਦ ਸਨ ਲੋਕ, ਤੇ ਅੱਜ ਵੀ ਹੈਗੇ। ਤੇ ਜੇ ਕੋਈ ਸਹੀ ਗਿਆਨੀ ਮਨੁੱਖ ਦਾ ਨੈਗੇਟਿਵ ਪ੍ਰਚਾਰ ਕਰਦਾ ਹੈ ਤੇ ਉਹ ਕਹਿੰਦੇ ਕਿ ਉਹ ਬਹੁਤ ਮਾੜੀ ਚੀਜ਼ ਹੈ। ਵੈਸੇ ਤੇ ਕਹਿੰਦੇ ਕਿ ਜਿਹੜਾ ਬੰਦਾ ਨੈਗੇਟਿਵ ਪ੍ਰਚਾਰ ਕਰਦਾ ਹੈ ਨਾ ਉਹਦੇ ਪੁੰਨ ਸੜ ਜਾਂਦੇ। ਸਭ ਤੋਂ ਕੀਮਤੀ ਚੀਜ਼ ਹੈਗੀ ਪੁੰਨ। ਇਨਸਾਨ ਦੇ ਪੁੰਨ ਸੜ ਜਾਂਦੇ, ਸਵਾਹ ਹੋ ਜਾਂਦੇ ਆ। ਨਿੰਦਿਆ ਜਿਹੜੀ ਆਪਾਂ ਕਿਸੇ, ਵੈਸੇ ਤੇ ਸਹੀ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ, ਪਰ ਕਹਿੰਦੇ ਜੇ ਕਿਸੇ ਆਪਾਂ ਗਲਤ ਬੰਦੇ ਤੇ ਕੋਈ ਦੋਸ਼ ਲਾ ਦਿੰਦੇ ਆ, ਉਸ ਬੰਦੇ 'ਚ ਅਵਗੁਣ ਨਹੀਂ ਹੈਗਾ ਪਰ ਆਪਾਂ ਭੰਡੀ ਕਰ ਦਿੰਦੇ ਮੰਨ ਲਓ, ਉਹ ਕਹਿੰਦੇ ਬਹੁਤ ਮਾੜੀ ਚੀਜ਼ ਹੈ। ਠੀਕ ਹੈ ਜੀ, ਇਸ ਤੋਂ ਗੁਰੇਜ਼ ਕਰਿਆ ਕਰੋ। ਉਹ 'ਚ ਮਿਲਣਾ ਤਾਂ ਕੁਛ ਵੀ ਨਹੀਂ ਹੈ, ਸਾਨੂੰ ਕੀ ਲੱਭਣਾ। ਠੀਕ ਹੈ ਜੀ। ਇੱਕ ਕਹਿੰਦੇ ਨੇ ਕਿ ਆਹ ਤੁਕ ਕਹਿ ਰਹੇ ਨੇ ਉੱਪਰੀ ਤੁਕ 'ਚ ਕਹਿੰਦੇ ਕਿ ਮੰਤਰੀ ਹੋ ਗਏ ਤੇ ਜਿਹੜਾ ਸੱਪਾਂ ਦੇ ਨਾਲ, ਠੂਹਿਆਂ ਦਾ ਮੰਤਰੀ ਹੈਗਾ, ਸੱਪਾਂ ਦੇ ਨਾਲ, ਸੱਪਾਂ ਦੇ ਨਾਗਾਂ ਦੇ ਨਾਲ ਪੰਗਾ ਲੈ ਰਿਹਾ। ਹਾਂ, ਤੇ ਉਹ ਕਹਿੰਦੇ ਕੋਈ ਚੰਗੀ ਚੀਜ਼ ਨਹੀਂ ਹੈ। ਕਹਿਣ ਤੋਂ ਭਾਵ ਆ ਕਿ ਉਹ ਇਹ ਕਹਿਣਾ ਚਾਹੁੰਦੇ ਕਿ ਨਿੱਜਰ ਸਾਹਿਬ ਕੀ ਮਤਲਬ ਦੁਬਾਰਾ ਥੋੜਾ ਸੌਖਾ ਕਰਿਓ ਇਹਨੂੰ। ਉਹ ਇਹ ਕਹਿਣਾ ਚਾਹੁੰਦੇ ਆ ਕਿ ਭਾਈ ਨੁਕਸਾਨ ਇਹਦਾ ਹੀ ਹੋਣਾ ਆ, ਨੁਕਸਾਨ ਇਸੇ ਦਾ ਹੋਣਾ ਹੈ। ਇਹਦਾ ਜੀਵਨ, ਕਿਉਂਕਿ ਇਹ ਹੁਣ ਜਿਹੜਾ ਹੈਗਾ ਨਿੰਦਿਆ ਕਰਨ ਵਾਲੇ ਨਿੰਦਕ, ਤੇ ਮਹਾਰਾਜ ਕਹਿੰਦੇ ਆ ਔਖਦ ਸਭੇ ਕੀਤੀਆਂ ਨੇ ਨਿੰਦਕ ਕਾ ਦਾਰੂ ਨਾ ਹੈ। ਕਹਿੰਦੇ ਕਿ ਨਿੰਦਕ ਦਾ ਤਾਂ ਦਾਰੂ ਹੀ ਹੈ ਨਹੀਂ ਭਾਈ। ਹੁਣ ਦੱਸੋ ਜਿੱਥੋਂ ਦਵਾਈ ਮਿਲਣੀ ਆ ਉਹ ਡਾਕਟਰ ਨੂੰ ਹੀ, ਜਿਹੜਾ ਵੈਦ ਨੂੰ ਹੀ ਜਿਹੜਾ ਹੈਗਾ ਉਹਨਾਂ ਨੂੰ ਹੀ ਨਿੰਦਾ ਕਰੀ ਜਾ ਰਿਹਾ। ਹੁਣ ਗੁਰੂ ਦੀ ਨਿੰਦਾ ਕਰੀ ਜਾ ਰਿਹਾ, ਗਿਆਨ ਦੀ ਨਿੰਦਾ ਕਰੇਗਾ ਤੇ ਉਹਨੇ ਦਵਾਈ ਕਿਹੜੀ ਲਾਉਣੀ ਆ ਫਿਰ। ਹਾਂਜੀ ਵੀਰ ਜੀ। ਹਾਂ ਬਿਲਕੁਲ ਠੀਕ ਹੈ ਜੀ। ਇਹ ਸਾਧ ਸੰਗਤ ਜੀ ਇਸੇ ਤਰ੍ਹਾਂ ਕਈ ਲੋਕ ਹਨ ਜਿਹੜੇ ਸੱਚ ਨੂੰ ਨਹੀਂ ਜਾਣਦੇ, ਕੇਵਲ ਆਪਣੇ ਮਨ ਦੀ ਸੁਣਦੇ ਹਨ ਅਤੇ ਉਹ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ ਹਨ। ਯਥਾਰਥ ਸੱਚ ਦਾ ਉਹਨਾਂ ਨੂੰ ਪਤਾ ਨਹੀਂ ਹੁੰਦਾ। ਠੀਕ ਹੈ ਜੀ। ਹਾਂਜੀ ਨਿੱਜਰ ਸਾਹਿਬ ਅੱਗੇ ਚੱਲੀਏ। ਹਾਂਜੀ। ਤੇ ਅੱਗੇ ਕਹਿੰਦੇ ਆ ਕਿ ਗੁਰਮੁਖ ਸਿਉ ਮਨਮੁਖ ਆੜੈ ਡੁੱਬੇ ਹੱਕ ਨਿਆਏ। ਕਹਿੰਦੇ ਇਹਨੇ ਤਾਂ ਡੁੱਬਣਾ ਹੀ ਆ ਭਾਈ, ਕਿਉਂਕਿ ਮਾਲਕ ਦਾ ਹੱਕ ਦਾ ਨਿਆਂ ਹੁੰਦਾ ਹੈ। ਮਾਲਕ ਦਾ ਨਿਆਂ, ਮਾਲਕ ਦੇ ਨਿਆਂ ਦੇ ਵਿੱਚ ਕੋਈ ਵੀ ਜਿਹੜੀ ਹੈਗੀ, ਕੋਈ ਉਹਦੇ ਵਿੱਚ ਜਿਹੜੀ ਹੈਗੀ ਕੋਈ ਗਲਤੀ ਨਹੀਂ ਹੁੰਦੀ। ਮਾਲਕ ਦੇ ਨਿਆਂ ਦੇ ਵਿੱਚ ਕੋਈ ਨਿਰਦੋਸ਼ ਜਿਹੜਾ ਹੈਗਾ ਬਈ ਨਿਰਦੋਸ਼ ਨੂੰ ਜਿਹੜਾ ਹੈਗਾ ਕੋਈ ਸਜ਼ਾ ਹੋ ਜਾਏ ਨਾ, ਇਸ ਤਰ੍ਹਾਂ ਹੋ ਹੀ ਨਹੀਂ ਸਕਦਾ।
ਮਾਲਕ ਨੇ ਜਿਹੜਾ ਹੈਗਾ ਉੱਥੇ ਸੱਚੋ ਸੱਚ ਨਿਬੜਿਆ, ਚੁਣ ਵੱਖ ਕੜੇ ਜਜਮਾਲਿਆ। ਕਹਿੰਦੇ ਉਹ ਤਾਂ ਮਾੜੇ ਕੰਮ ਵਾਲੇ ਨੂੰ ਤਾਂ ਵੱਖ ਕੱਢ ਦਿੰਦੇ ਆ। ਸੱਚ ਦੇ ਨਾਲ ਨਿਬੇੜਾ ਹੋਣਾ ਹੈ, ਸੱਚ ਦੇ ਉੱਤੇ ਉਹਦਾ ਨਿਆਂ ਹੁੰਦਾ ਹੈ, ਮਾਲਕ ਪਰਮਾਤਮਾ ਦਾ। ਔਰ ਦੋਨੋਂ ਸਿਰਿਆਂ ਦਾ ਸੁਆਮੀ ਮਾਲਕ ਆ। ਨੈਗੇਟਿਵਿਟੀ ਵਾਲਾ ਜਿਹੜਾ ਹੈਗਾ ਉਹ ਵੀ ਉਹਨੇ ਜੂਨਾਂ ਬਣਾਈਆਂ ਮਾਲਕ ਪਰਮਾਤਮਾ ਨੇ। ਉਹਨੇ ਇਸੇ ਤਰ੍ਹਾਂ ਫਿਰ ਜਿਹੜਾ ਹੈਗਾ ਉਹ ਜੂਨਾਂ 'ਚ ਜਾ ਕੇ ਫਿਰ ਉਹਨੂੰ ਜਿਹੜਾ ਹੈਗਾ ਫਿਰ ਜਿਹੜਾ ਹੈਗਾ ਉਹਨੂੰ ਤਪਾਇਆ ਜਾਂਦਾ ਹੈ ਭਾਈ, ਫਿਰ ਵਾਪਸ ਮਨੁੱਖੀ ਜੂਨ ਮਿਲੂਗੀ। ਆਹੀ ਗੇਮ ਹੈ, ਇਸ ਤਰ੍ਹਾਂ ਹੀ ਚੱਲਦੀ ਹੈ। ਹਾਂਜੀ ਵੀਰ ਜੀ। ਠੀਕ ਹੈ ਜੀ। ਜੇ ਕੋਈ ਕਹਿੰਦੇ ਆ ਕਿ ਧਰਮ ਦੇ ਖਿਲਾਫ ਕੋਈ ਕੰਮ ਕਰਦਾ ਹੈ, ਇਹ ਵੀ ਧਰਮ ਦੇ ਖਿਲਾਫ ਹੀ ਕੰਮ ਹੈ ਕਿ ਉਹ ਸੱਚ ਨੂੰ ਨਹੀਂ ਜਾਣਦਾ। ਤੇ ਜੇ ਕੋਈ ਏਦਾਂ ਕਰਦਾ ਵੀ ਮਨਮੁਖ, ਤੇ ਕਹਿੰਦੇ ਆ ਕਿ ਧਰਮ ਰਾਜ ਦੇ ਹਿਸਾਬ ਦੇ ਨਾਲ ਉਹ ਬੰਦਾ ਦੋਸ਼ੀ ਹੈ, ਔਰ ਬੰਦਾ ਦੋਸ਼ ਉਹਦੀ ਸਜ਼ਾ ਜ਼ਰੂਰ ਉਹਨੂੰ ਮਿਲੇਗੀ। ਠੀਕ ਹੈ ਜੀ ਨਿੱਜਰ ਸਾਹਿਬ, ਅੱਗੇ ਚੱਲੀਏ। ਅੱਗੇ ਆ ਗਿਆ ਜੀ ਸ਼ਲੋਕ, ਦੂਸਰੀ ਪਾਤਸ਼ਾਹੀ ਦਾ ਫਿਰ ਸ਼ਲੋਕ ਆ ਗਿਆ। ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ। ਕਹਿੰਦੇ ਦੂਜਿਆਂ ਦੇ ਅਵਗੁਣ ਕਦ ਤੱਕ ਦੇਖਦਾ ਰਹੇਗਾ, ਦੂਜਿਆਂ ਦੇ ਅਵਗੁਣ ਕਦ ਤੱਕ ਦੇਖੇਗਾ ਪਿਆਰਿਆ। ਦੂਜਿਆਂ ਦੇ ਅਵਗੁਣ ਜਾਂ ਗੁਣ ਜਿਹੜੇ ਦੇਖ ਕੇ ਤੇਰੇ ਅੰਦਰ ਨਹੀਂ ਆਉਣੇ। ਤੂੰ ਆਪਣੇ ਆਪ ਨੂੰ ਪਰਖ, ਆਪਣੇ ਆਪ ਨੂੰ ਦੇਖ ਤੇਰੇ ਅੰਦਰ ਕੀ ਹੈਗਾ। ਤੂੰ ਆਪਣੇ ਆਪ ਦੇਖ, ਤੇਰੇ ਅੰਦਰ ਝਾੜੂ ਲਗਾ ਆਪਣੇ ਅੰਦਰ। ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ। ਕਹਿੰਦੇ ਤਾਂ ਆ ਤੂੰ ਪਾਰਖੂ। ਜੇ ਆਪਣੇ ਆਪ ਨੂੰ ਪਰਖ ਰਿਹਾ ਆ, ਤੈਨੂੰ ਪਤਾ ਲੱਗੂਗਾ ਵੀ ਮੇਰੇ ਅੰਦਰ ਤਾਂ ਸਭ ਤੋਂ ਜ਼ਿਆਦਾ ਗੰਦਗੀ ਤਾਂ ਮੇਰੇ ਅੰਦਰ ਪਈ ਹੋਈ ਹੈ। ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈਦ ਸੁਜਾਨ। ਜੇ ਤੈਨੂੰ ਪਤਾ ਲੱਗੇ ਵੀ ਤੇਰੇ ਅੰਦਰ ਬਿਮਾਰੀ ਕਿੱਥੇ ਕਿੱਥੇ ਹੈਗੀ ਆ, ਕਿਹੜੇ ਕੈਂਸਰ ਤੇਰੇ ਅੰਦਰ ਪਏ ਹੋਏ ਆ, ਤੇ ਦਾਰੂ ਉਹਦਾ ਜਿਹੜਾ ਹੈਗਾ, ਤੈਨੂੰ ਦਾਰੂ ਵੀ ਪਤਾ ਲੱਗੇ ਵੀ ਦਾਰੂ ਕੀ ਹੈਗਾ, ਕਿਹੜੇ ਡਾਕਟਰ ਤੋਂ ਕਿਸ ਤਰੀਕੇ ਇਹਦੀ ਦਵਾਈ ਕੀ ਹੈ, ਤਾਂ ਵੈਦ ਸਮਝੇਂਗੇ, ਤਾਂ ਚੰਗਾ ਵੈਦ ਆ। ਜੇ ਰੋਗ ਤੇ ਦਾਰੂ ਦੋਨੋਂ ਪਤਾ ਹੋਣ, ਔਰ ਰੋਗ ਆਪਣਾ ਪਤਾ ਹੋਏ। ਵਾਟ ਨਾ ਕਰੀ ਮਾਮਲਾ ਜਾਣੇ ਮਹਿਮਾਨ। ਇੱਕ ਹੋਰ ਚੀਜ਼ ਆ, ਕਹਿੰਦੇ ਇਹ ਪਤਾ ਲੱਗੇ ਵੀ ਮੈਂ ਤਾਂ ਜਿਹੜਾ ਹੈਗਾ ਵਾਟ ਦੇ ਉੱਤੇ ਆ, ਮੈਂ ਤਾਂ ਰਸਤੇ ਦੇ ਉੱਤੇ ਤੁਰ ਰਿਹਾ ਆ, ਤੇ ਮੈਂ ਜਿਹੜੇ ਹੈਗੇ ਇੰਨੇ ਮਾਮਲੇ ਇਕੱਠੇ ਕਰ ਲਾਂ, ਆਹ ਵੀ ਬਣਾ ਲਿਆ, ਇਹਦੇ ਨਾਲ ਵੀ ਪੰਗਾ, ਉਹਦੇ ਨਾਲ ਵੀ ਪੰਗਾ। ਸਾਰਾ ਜਿਹੜਾ ਹੈਗਾ 24 ਘੰਟੇ ਜਿਹੜਾ ਹੈਗਾ ਮਾਇਆ ਦੇ ਧੰਦਿਆਂ ਦੇ ਵਿੱਚ ਜਿਹੜੇ ਹੈਗੇ। ਕਹਿੰਦੇ ਤੂੰ ਹੈ ਤਾਂ ਮਹਿਮਾਨ, ਯਾਤਰੂ ਹੈਗਾ। ਯਾਤਰੂ ਕਿਹੜਾ ਯਾਤਰੂ? ਜੇ ਕਿਤੇ ਘਰ ਬਣਾ ਕੇ ਬੈਠ ਜਾਏ ਤੇ ਦੱਸੋ ਉਹ ਕਿੰਨਾ ਕੁ ਸਿਆਣਾ ਹੈਗਾ ਭਾਈ। ਵਾਟ ਨਾ ਕਰੀ ਮਾਮਲਾ ਕਹਿੰਦੇ ਆ ਦੁਨੀਆਦਾਰੀ ਜਿਹੜੀ ਹੈਗੀ ਹੈ, ਇਹਦੇ ਵਿੱਚ ਤੂੰ ਵਾਟ ਦੇ ਉੱਤੇ ਹੈਗਾ, ਨਾ ਕਰ ਇਹ ਮਾਮਲੇ। ਜਾਣੇ ਮਹਿਮਾਨ, ਆਪਣੇ ਆਪ ਨੂੰ ਮਹਿਮਾਨ ਜਾਣ ਪਿਆਰਿਆ। ਪਤਾ ਨਹੀਂ ਕਿੰਨੀ ਕੁ ਗੁਜ਼ਰ ਗਈ ਤੇ ਕਿੰਨੀ ਕੁ ਰਹਿ ਗਈ ਆ, ਰਾਤ ਦਾ ਹੀ ਸਫ਼ਰ ਹੈਗਾ। ਮੂਲ ਜਾਣ ਗੱਲਾਂ ਕਰੇ, ਹਾਣ ਲਾਏ ਹਾਣ। ਮੂਲ ਨੂੰ ਫੜ, ਮੂਲ ਜਾਣ ਕੇ ਗੱਲ ਕਰ। ਐਵੇਂ ਫਾਲਤੂ ਇੱਧਰ ਉੱਧਰ ਦੀਆਂ ਮਾਇਆ ਦੀਆਂ ਮਾਰਨੇ, ਇਹਨਾਂ ਨਾਲ ਕੀ ਮਿਲ ਜਾਣਾ ਪਾਏ। ਉਹ ਮਾਲਕ ਪਰਮਾਤਮਾ ਮੂਲ ਹੈਗਾ, ਮੂਲ ਹੈਗੇ ਤੇਰੇ ਸਵਾਸ, ਮੂਲ ਹੈਗੀ ਤੇਰਾ ਸਰੀਰ। ਇਹਦੇ ਨਾਲ ਯਾਤਰਾ ਕਰਨੀ ਹੈ, ਯਾਤਰਾ ਦੇ ਉੱਤੇ ਹੈਗਾ ਆ। ਆਪਣੇ ਹਾਣੀਆਂ ਦੇ ਨਾਲ ਜੇ ਰੱਬ ਦੇ ਪਾਸੇ ਤੁਰਨ ਵਾਲਾ ਹੈਗਾ ਤੇ ਪਿਆਰਿਆ ਆਪਣੇ ਹਾਣੀਆਂ ਦੇ ਨਾਲ ਹਾਣ ਲਗਾ। ਗੁਰਮੁਖ ਲੱਭ, ਸੰਗਤ ਲੱਭ, ਮੂਲ ਜਾਣ ਗੱਲਾਂ ਕਰੇ, ਹਾਣ ਲਾਏ ਹਾਣ। ਲੱਭ ਨਾ ਚੱਲੀ ਸੱਚ ਰਹੇ ਸੋ ਵਿਸ਼ਟ ਪਰਵਾਨ। ਕਿਆ ਬਾਤ ਹੈ। ਕਹਿੰਦੇ ਲੋਭ ਨਹੀਂ, ਲਾਲਚ ਨਹੀਂ ਚੱਲਣਾ, ਸੱਚ ਦੇ ਨਾਲ ਰਹਿਣਾ ਪਊਗਾ। ਜਿਹੜਾ ਇਸ ਤਰ੍ਹਾਂ ਦਾ ਜੀਵਨ ਜਿਹਦਾ ਹੁੰਦਾ ਹੈਗਾ, ਸੱਚ ਦੇ ਨਾਲ ਰਹਿੰਦਾ ਹੈਗਾ, ਕਹਿੰਦੇ ਉਹ ਤਾਂ ਭਾਈ ਵਿਸ਼ਟ ਹੈਗਾ। ਵਿਸ਼ਟ ਕਹਿੰਦੇ ਆ ਵਿਚੋਲਾ। ਕਹਿੰਦਾ ਉਹ ਤਾਂ ਮਿਲਾ ਦੇਗਾ ਦੂਸਰੇ ਨੂੰ ਵੀ, ਪਰਮਾਤਮਾ ਦੇ ਨਾਲ ਮਿਲਾਉਣ ਦਾ ਕੰਮ ਕਰੇਗਾ, ਵਿਚੋਲੇ ਦਾ ਕੰਮ। ਸੋ ਵਿਸ਼ਟ ਪਰਵਾਨ, ਮਾਲਕ ਦੇ ਦਰ ਤੇ ਉਹ ਵਿਚੋਲਾ ਪਰਵਾਨ ਹੁੰਦਾ, ਉਹ ਵਕੀਲ ਪਰਵਾਨ ਹੈਗਾ। ਤੇ ਬਾਕੀ ਜਿਹੜਾ ਹੈਗਾ, ਜੇ ਹੁਣ ਮਨਮੁਖ ਦੇ ਨਾਲ ਗੁਰਮੁਖ ਦੇ ਨਾਲ ਮਨਮੁਖ ਅੜ ਰਿਹਾ ਆ ਤੇ ਉਹਨੂੰ ਨੁਕਸਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸਰਸੰਦੇ ਆਗਾਸ ਕੋ ਕਿਉਂ ਪਹੁੰਚੇ ਬਾਣ। ਕਹਿੰਦੇ ਉਹ ਤਾਂ ਭਾਈ ਨਾ, ਉਹ ਤਾਂ ਅਸਮਾਨ ਦੇ ਉੱਤੇ ਜਿਹੜਾ ਹੈਗਾ ਤੀਰ ਮਾਰ ਰਿਹਾ ਆ, ਤੇ ਕਿਸ ਤਰੀਕੇ ਦੇ ਨਾਲ ਪਹੁੰਚ ਜਾਏਗਾ। ਕਹਿੰਦੇ ਉਹਦਾ ਤਾਂ ਬਾਲ ਵੀ ਵਿੰਗਾ ਨਹੀਂ ਕਰ ਸਕਦਾ ਉਹ। ਸਰਸੰਦੇ ਆਗਾਸ ਕੋ ਕਿਉਂ ਪਹੁੰਚੇ ਬਾਣ। ਕਿਵੇਂ ਪਹੁੰਚੇਗਾ ਭਾਈ? ਅੱਗੇ ਉਹ ਅਗਮ ਹੈ, ਵਾਹਿੰਦਰ ਜਾਣ। ਕਹਿੰਦੇ ਅੱਗੇ ਤਾਂ ਉਹ ਮਾਲਕ ਪਰਮਾਤਮਾ ਹੈਗਾ ਭਾਈ, ਉਹਦਾ ਕਾਨੂੰਨ ਚੱਲਦਾ ਹੈ। ਉਹ ਬਾਣ ਜਿਹੜਾ ਹੈਗਾ ਸਿੱਧਾ ਵਾਪਸ ਆ ਕੇ ਤੇਰੇ ਸਿਰ ਦੇ ਉੱਤੇ ਲੱਗਣਾ ਹੈ ਪਿਆਰਿਆ।
ਅੱਗੇ ਉਹ ਅਗੰਮ ਹੈ, ਵਾਹਿੰਦੜ ਜਾਣ, ਉਹਨੂੰ ਪਤਾ ਹੈ ਜਿਹੜਾ ਵਾਹਿੰਦੜ ਹੈਗਾ, ਜਿਹੜਾ ਬਾਣ ਚਲਾ ਰਿਹਾ ਆ ਭਾਈ, ਉਹਨੂੰ ਮਾਲਕ ਨੂੰ ਪਤਾ ਹੈ, ਮਾਲਕ ਦਾ ਨਿਯਮ ਹੈਗਾ ਵੀ ਤੇਰੀ ਜਿਹੜੀ ਹੈਗੀ ਆ, ਤੇਰਾ ਜੀਵਨ ਜਿਹੜਾ ਹੈਗਾ, ਮਨੁੱਖੀ ਜੂਨ ਜਿਹੜੀ ਹੈਗੀ ਅਜਾਈਂ ਸੜ ਜਾਣੀ ਹੈ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਸਾਧ ਸੰਗਤ ਜੀ। ਦੇਖੋ ਉੱਪਰ ਉਹਨਾਂ ਨੇ ਸਮਝਾਇਆ, ਨਾਨਕ ਪਰਖੇ ਆਪ ਕੋ ਤਾਂ ਪੁਰਖ ਜਾਣ। ਕਹਿੰਦੇ ਜਿਹੜਾ ਆਪਣੇ ਆਪ ਦੀ ਖੋਜ ਕਰਦਾ ਉਹ ਅਸਲ ਚ ਉਹ ਮਨੁੱਖ ਆ, ਉਹ ਪਾਰਖ ਆ। ਪਾਰਖ ਜਿਹੜਾ ਸੋਨੇ ਦੀ ਜਿਹੜਾ ਹੀਰੇ ਔਰ ਕੱਚ ਚ ਪਰਖ ਜਾਣਦਾ ਉਹ ਆ ਪਾਰਖ, ਉਹ ਆ ਡਾਕਟਰ। ਤੇ ਇਹ ਜਿਹੜੀ ਚੀਜ਼ ਹੈ ਬੜੀ ਇੰਪੋਰਟੈਂਟ ਹੈ, ਠੀਕ ਹੈ ਜੀ। ਜਿਹੜਾ ਬੰਦਾ ਆ ਦੇਖੋ, ਫਿਰ ਆ ਤੁਕ ਨੂੰ ਫਿਰ ਪੜੋ, ਨਾਨਕ ਪਰਖੇ ਆਪ ਕੋ। ਆਂਡੀਆਂ ਗੁਆਂਢੀਆਂ ਦੀ ਨਹੀਂ ਗੱਲ ਕੀਤੀ, ਸਿੱਧੀ ਸੂਈ ਘੁਮਾ ਕੇ ਆਪਣੇ ਆਪ ਤੇ ਲੈਣ ਦੀ। ਕਹਿੰਦੇ ਜਿਹੜਾ ਆਪਣੇ ਆਪ ਨੂੰ ਜਾਣਦਾ ਹੈ ਨਾ, ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਿੱਦਾਂ ਦੇ ਇਨਸਾਨ ਜੋ। ਬਾਣੀ ਕਹਿੰਦੀ ਗੱਲੀ ਅਸੀਂ ਚੰਗੀਆਂ ਚਾਰੀ ਬੁਰੀਆਂ। ਆਪਣੇ ਨੂੰ ਛੱਡ ਕੇ ਗੋਰਖੀ ਸਾਹਿਬ ਸਾਰਿਆਂ ਦੇ ਬਾਰੇ ਅਵਗੁਣ ਸਾਰਿਆਂ ਦਾ ਚਿੱਠਾ ਖੁਲਵਾ ਲਓ, ਸਾਰਿਆਂ ਦਾ ਚਿੱਠਾ ਬੋਲ ਦੇਣਗੇ। ਆਪਣੇ ਆਪ ਨੂੰ ਪਤਾ ਹੀ ਨਹੀਂ ਆਪਣੇ ਅੰਦਰ ਕਿੰਨਾ ਕੁ ਪਿਆ ਹੈ। ਹਾਂ ਬਿਲਕੁਲ ਪੁਆਇੰਟ ਦੀ ਗੱਲ ਕੀਤੀ, ਜਿੱਥੇ ਗੱਲ ਖਤਮ ਹੋ ਜਾਂਦੀ ਵੈਸੇ, ਕਿ ਜਿਹੜਾ ਬੰਦਾ ਆਪਣੇ ਆਪ ਨੂੰ ਪਰਖ ਲੈਂਦਾ, ਬਾਕੀ ਤੇ ਰਹਿ ਹੀ ਕੁਛ ਨਹੀਂ ਗਿਆ। ਸੰਸਾਰ ਦਾ ਤੇ ਮਤਲਬ ਮਸਲਾ ਹੀ ਨਹੀਂ ਹੈਗਾ ਇੱਥੇ। ਬਿਲਕੁਲ ਇਹ ਮਸਲਾ ਹੀ ਮੇਰਾ ਹੈ। ਇੱਕ ਬੰਦਾ ਮੈਨੂੰ ਕਹਿੰਦਾ ਵੀਰ ਜੀ ਇਹਦੇ ਵਿੱਚ ਤੇ ਬਾਣੀ ਚ ਤੇ ਲਿਖਿਆ ਕਿ ਆਪਣੇ ਆਪ ਨੂੰ ਸੁਧਾਰੋ ਤੇ ਤੁਸੀਂ ਭਵ ਸਾਗਰ ਤੋਂ ਪਾਰ ਹੋ ਜਾਓਗੇ, ਤੇ ਸੰਸਾਰ ਦਾ ਕੀ ਕਰਨਾ। ਤੇ ਮੈਂ ਕਿਹਾ ਭਾਈ ਨੁਕਸ ਕਿੱਥੇ ਆ? ਮੈਂ ਨੁਕਸ ਤੁਹਾਡਾ ਆਪਣਾ ਮਸਲਾ ਹੱਲ ਕਰੋ, ਉਹ ਤੁਸੀਂ ਸੰਸਾਰ ਤੋਂ ਕੀ ਲੈਣਾ। ਨਹੀਂ ਗੋਰਖੀ ਸਾਹਿਬ, ਨਹੀਂ ਉਹ ਮਾਲਕ ਤਾਂ ਛੁੱਟੀ ਤੇ ਗਿਆ ਹੋਇਆ, ਉਹਨਾਂ ਨੂੰ ਜੇ ਚਾਰਜ ਦੇ ਕੇ ਗਿਆ ਹੋਇਆ। ਮੈਂ ਤੁਸੀਂ ਠੇਕਾ ਲੈ ਲਿਆ, ਇੰਨੀਆਂ ਕੀੜੀਆਂ ਤੇ ਇੰਨਾ ਕੁਝ ਚੱਲਣ ਦਿਆ, ਤੇ ਉਹ ਪ੍ਰਮਾਤਮਾ ਨੂੰ ਪਤਾ ਕੁਛ ਨਹੀਂ ਹੈ, ਤੁਸੀਂ ਠੇਕਾ ਲਿਆ ਹੋਇਆ। ਮੈਂ ਤੁਸੀਂ ਆਪਣੀ ਬੈਗੜੀ ਸਾਂਭੋ ਤੇ ਆਪਣਾ ਸਫ਼ਰ ਪੂਰਾ ਕਰੋ ਤੇ ਸਾਈਡ ਤੇ ਹੋ ਜਾਓ। ਕਹਿੰਦੇ ਫਿਰ ਆਪਣੇ ਆਪ ਨੂੰ ਸਹੀ ਕਰਨਾ। ਤੇ ਮੈਂ ਹੋਰ ਬਾਣੀ ਚ ਤੇ ਲਿਖੇ, ਖੁਦ ਦੀ ਗੱਲ ਕੀਤੀ, ਹਮ ਨਹੀਂ ਚੰਗੇ ਤੇ ਬੁਰਾ ਨਹੀਂ ਕੋਈ। ਮੈਂ ਕਿੱਥੇ ਮਰਜੀ ਬਾਣੀ ਸ਼ੁਰੂ ਕਰੋ, ਇੱਕ ਲਫ਼ਜ਼ ਤੇ ਇਸੇ ਗੱਲ ਤੇ ਉਹਨਾਂ ਨੇ ਡਿਸਕਸ ਕੀਤਾ, ਸੂਈ ਘੁਮਾ ਕੇ ਆਪਣੇ ਬਿਲਕੁਲ ਰੱਖੀ ਹੈ। ਕਿਉਂਕਿ ਨੁਕਸ ਜਿੱਥੇ ਕੰਮ ਉੱਥੇ, ਨਾਲੇ ਨਜਰ ਸਾਹਿਬ ਮੈਂ ਦੂਜੇ ਨੂੰ ਸਹੀ ਕਰਦਾ ਤੇ ਮੈਨੂੰ ਕੀ ਫਾਇਦਾ। ਬਹੁਤ ਵਧੀਆ, ਬਿਲਕੁਲ ਵਧੀਆ। ਨਾ ਆਪਾਂ ਕਰ ਸਕਦੇ ਹਾਂ ਗੋਰਖੀ ਸਾਹਿਬ, ਨਾ ਆਪਾਂ ਕਰ ਸਕਦੇ ਹਾਂ ਇਹ, ਕਿਉਂਕਿ ਦੂਜੇ ਤੇ ਕਬਜ਼ਾ ਕਿਵੇਂ। ਨਹੀਂ ਨਿੱਜਰ ਸਾਹਿਬ ਮੰਨ ਲਓ, ਨਹੀਂ ਮੈਂ ਕਰ ਸਕਦਾ। ਮੰਨ ਲਓ ਮੈਂ ਕਿਸੇ ਦਾ ਮਕਾਨ ਬਣਾਉਂਦਾ ਤੇ ਨਿੱਜਰ ਸਾਹਿਬ ਮੈਨੂੰ ਕੀ ਫਾਇਦਾ ਜੇ ਮੈਂ ਆਪਣਾ ਨਾ ਬਣਾਇਆ। ਕੋਈ ਫਾਇਦਾ ਹੈਗਾ? ਰਹਿਣਾ ਤੇ ਮੈਂ ਸੀ ਮਕਾਨ ਚ ਆਪ। ਇਹੋ ਹਿਸਾਬ ਆ, ਜੇ ਦੂਜਾ ਧਾਰਮਿਕ ਹੋ ਜੇ, ਦੂਜਾ ਚੰਗਾ ਬਣ ਜੇ ਤੇ ਮੈਨੂੰ ਕੀ ਫਾਇਦਾ ਜੇ ਮੈਂ ਹੀ ਗੰਦਾ ਰਿਹਾ। ਤੇ ਫਿਰ ਜੇ ਮੈਂ ਗੰਦਾ ਵਾ ਤੇ ਫਿਰ ਦੂਜਾ ਚੰਗਾ ਕਿੱਥੋਂ ਹੋ ਸਕਦਾ? ਇਹ ਵੀ ਤਾਂ ਸੋਚਣ ਦੀ ਗੱਲ ਹੈ ਨਾ। ਬਿਲਕੁਲ। ਜਦੋਂ ਮੈਂ ਹੀ ਨਹੀਂ ਆਪਣਾ ਘਰ ਧੋਤਾ ਤੇ ਮੈਂ ਤੁਹਾਡਾ ਘਰ ਕਿੱਥੋਂ ਧੋ ਦੂੰਗਾ? ਸਭ ਤੋਂ ਪਹਿਲਾਂ ਤਾਂ ਤੁਸੀਂ ਮੇਰਾ ਘਰ ਵੇਖੋਗੇ ਵੀ ਚਰਨਜੀਤ ਆਪਣੇ ਘਰ ਸਫਾਈ ਰੱਖੀ ਆ, ਫਿਰ ਤੁਸੀਂ ਥੋੜੀ ਇਹ ਵੀ ਸੋਚੋਗੇ, ਟਰਸਟ ਕਰੋਗੇ ਹਾਂ ਚਰਨਜੀਤ ਦਾ ਘਰ ਸਾਫ਼ ਹੈ ਤੇ ਸਾਡਾ ਵੀ ਸਾਫ਼ ਹੋ ਜੂ। ਜੇ ਮੇਰੇ ਆਪਣੇ ਕੱਪੜੇ ਗੰਦੇ ਆ ਤੇ ਮੈਂ ਤੁਹਾਡੇ ਕਿੱਥੋਂ ਸਾਫ਼ ਕਰ ਦੂੰਗਾ? ਦੱਸੋ ਕੋਈ ਤਰੀਕਾ ਹੈਗਾ? ਇਸੇ ਕਰਕੇ ਬਾਣੀ ਕਹਿੰਦੀ ਪਹਿਲਾਂ ਤੂੰ ਸਹੀ ਹੋ ਜਾ ਤੇ ਫਿਰ ਦੁਨੀਆ ਵੀ ਆਪੇ ਸਹੀ ਹੋ ਜਾਊਗੀ। ਫਿਰ ਤੂੰ ਕਿਸੇ ਦੀ ਮਦਦ ਕਰ ਸਕਦਾ ਹੈ, ਪਰ ਜਿਹੜੀ ਚੀਜ਼ ਤੇਰੇ ਕੋਲ ਨਹੀਂ ਹੈਗੀ ਤੂੰ ਕਿਸੇ ਦੂਜੇ ਨੂੰ ਕਿੱਥੋਂ ਦੇ ਦੇਂਗਾ? ਤੇਰੀ ਬੈਂਕ 'ਚ ਪੈਸਾ ਰੁਪਈਆ 100 ਨਹੀਂ ਹੈਗਾ, ਤੂੰ ਲੋਕਾਂ ਨੂੰ ਚੈੱਕ ਕੱਟ ਕੇ ਦੇਈ ਜਾਂਦੇ ਆ, ਉਹ ਚੈੱਕ ਕਿੱਥੋਂ ਪਾਸ ਹੋਣਗੇ? ਕਿਉਂਕਿ ਤੇਰੇ ਕੋਲ ਚੀਜ਼ ਹੈਗੀ ਨਹੀਂ। ਚਾਹੇ ਤੂੰ ਸੱਚ ਦੇ ਰਿਹਾ, ਚਾਹੇ ਤੂੰ ਨਿਮਰਤਾ ਦੇ ਰਿਹਾ, ਚਾਹੇ ਤੂੰ ਭੈ 'ਚ ਚੱਲਣਾ ਸਿਖਾ ਰਿਹਾ, ਸੱਚ ਬੋਲਣਾ ਸਿਖਾ ਰਿਹਾ, ਸੱਚ ਖਾਣਾ ਸਿਖਾ ਰਿਹਾ, ਇਮਾਨਦਾਰੀ ਸਿਖਾ ਰਿਹਾ, ਪਰ ਇਹ ਚੀਜ਼ ਤੇਰੇ ਕੋਲ ਹੋਣੀ ਚਾਹੀਦੀ ਹੈ ਤਾਂ ਦੇ ਦੇ ਤੇ ਅਗਲੇ ਤੇ ਅਸਰ ਵੀ ਹੋਊਗਾ। ਪਰ ਜੇ ਤੇਰੇ ਜੀਵਨ 'ਚ ਨਹੀਂ ਨਾ ਹੈਗੀ ਤੇ ਨਿੱਜਰ ਸਭ ਅਗਲੇ ਬੰਦੇ ਅਸਰ ਨਹੀਂ ਹੋਣਾ। ਬਿਲਕੁਲ ਬਿਲਕੁਲ। ਦਵਾਈ ਤੇ ਉਹੀ ਅਸਰ ਕਰੂ। ਜੇ ਕੋ ਮੇਰੇ ਕੋਲ ਕੋਈ ਸਾਲਟ ਹੈਗਾ ਅਸਲੀ ਹੈ ਤੇ ਮੈਂ ਦੇਵਾਂਗਾ ਤੇ ਮਰੀਜ਼ ਠੀਕ ਹੋਊਗਾ। ਜਦੋਂ ਮੇਰੇ ਕੋਲ ਦਵਾਈ ਹੈ ਹੀ ਨਹੀਂ ਤੇ ਮੈਂ ਪੁੜੀਆਂ ਦੇਈ ਜਾਂਦਾ ਵਾਂ, ਉਹ ਅਸਰ ਕਰਨਾ ਹੈ ਨਹੀਂ। ਕਿੱਥੋਂ ਆਊਗੀ ਦਵਾਈ? ਇਹੋ ਤਾਂ ਹਿਸਾਬ ਆ। ਮੈਂ ਮੰਨ ਲਓ ਟੀਚਰ ਆ, ਮੈਂ ਬਹੁਤ ਵਧੀਆ ਟੀਚਰ ਆ, ਕੰਮ ਮੈਨੂੰ ਬਿਲਕੁਲ ਨਹੀਂ ਆਉਂਦਾ ਤੇ ਮੈਂ ਕਿਹਨੂੰ ਪੜ੍ਹਾਊਂਗਾ ਤੇ ਕਿਸੇ ਦਾ ਭਲਾ ਹੈਗਾ ਨਾ? ਕਿੱਥੋਂ ਭਲਾ? ਮੈਨੂੰ ਤਾਂ ਸਵਾਲ ਹੀ ਨਹੀਂ ਆਉਂਦੇ। ਜੇ ਮੈਨੂੰ ਨਹੀਂ ਹੱਲ ਕਰਨੇ ਆਉਂਦੇ ਮੈਂ ਬੱਚਿਆਂ ਨੂੰ ਕਿੱਥੋਂ ਸਿਖਾ ਦੂੰਗਾ? ਦੱਸੋ। ਇਸੇ ਕਰਕੇ ਬਾਣੀ ਕਹਿੰਦੀ ਆ ਕਿ ਅਵਰ ਉਪਦੇਸ਼ੇ ਆਪ ਨਾ ਕਰੇ, ਅਵਦ ਜਾਵਤ ਜਨਮੇ ਮਾਰੇ। ਜਿਹੜਾ ਦੂਜੇ ਨੂੰ ਉਪਦੇਸ਼ ਕਰਦਾ ਪੜ੍ਹ ਕੇ ਉਹ ਬੰਦਾ ਫਿਰ ਇੱਧਰ ਭਟਕਦਾ ਰਹਿੰਦਾ।
ਖੁਦ ਤੇ ਪੀਤਾ ਨਹੀਂ ਆ, ਪਰ ਲੋਕਾਂ ਨੂੰ ਕਹਿੰਦਾ ਪੀ ਲਓ, ਅੰਮ੍ਰਿਤ ਬਹੁਤ ਮਿੱਠਾ ਹੈ। ਪਰ ਪ੍ਰਮਾਤਮਾ ਕਹਿੰਦਾ ਪਹਿਲਾਂ ਤੂੰ ਪੀਤਾ ਹੀ ਘੁੱਟ, ਲੋਕਾਂ ਨੂੰ ਐਵੇਂ ਪ੍ਰਚਾਰ ਕਰੀ ਜਾਣ। ਠੀਕ ਹੈ ਜੀ। ਇੱਥੇ ਅਗਲੇ ਬੰਨੇ ਦੇਖੋ ਜੀ, ਫਿਰ ਕਹਿੰਦੇ ਆ ਰੋਗ ਦਾਰੂ ਦੇਵੇ ਦੋਵੇਂ ਬੁੱਝੇ, ਦੋਨੋਂ ਰੋਗ ਵੀ ਪਤਾ ਹੋਏ ਆਪਣੇ ਅੰਦਰ ਕੀ ਬਿਮਾਰੀ ਹੈਗੀ ਤੇ ਦਵਾਈ ਕੀ ਹੈਗੀ ਇਹ ਬਿਮਾਰੀ ਠੀਕ ਕਰਨ ਵਾਸਤੇ। ਇਹ ਧਿਆਨ ਸਿਮਰਨ, ਇਹ ਵੀ ਪਤਾ ਲੱਗੇ ਦਵਾਈ ਕਿੱਥੋਂ ਮਿਲਣੀ ਹੈ, ਦਵਾਈ ਕਿਹਨੇ ਦੱਸਣੀ ਹੈ ਦਵਾਈ ਦੇ ਬਾਰੇ। ਤਾਂ ਵੈਦ ਸੁਜਾਨ, ਤਾਂ ਤੂੰ ਡਾਕਟਰ ਹੈਗਾ ਭਾਈ, ਚੰਗਾ ਡਾਕਟਰ ਹੈਗਾ। ਜੇ ਤੈਨੂੰ ਰੋਗ ਵੀ ਪਤਾ ਹੈ ਤੇਰਾ ਤੇ ਤੂੰ ਦਵਾਈ ਵੀ ਲੈ ਰਿਹਾ ਤਾਂ ਡਾਕਟਰ ਹੈਗਾ। ਹਾਂਜੀ ਵੀਰ ਜੀ। ਫਿਰ ਕਹਿੰਦੇ ਕਿ ਸਭ ਤੋਂ ਪਹਿਲੀ ਗੱਲ ਤੇ ਕਿ ਤੈਨੂੰ ਰੋਗ ਦਾ ਵੀ ਪਤਾ ਹੋਵੇ ਤੇ ਫਿਰ ਉਹ ਦਵਾਈ ਦਾ ਵੀ ਪਤਾ ਹੋਵੇ। ਹਾਂ, ਫਿਰ ਤੂੰ ਸਿਆਣਾ ਹੈ। ਰੋਗ ਦਾ ਪਤਾ ਮਤਲਬ ਨਾ, ਬਾਣੀ ਕਹਿੰਦੀ ਆ ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਬਿਲਕੁਲ। ਰੋਗ ਕੀ ਹੈ? ਉਹ ਕਹਿੰਦਾ ਕਿਹੜਾ ਰੋਗ? ਕਹਿੰਦੇ ਇੱਕ ਟੂ ਜ਼ੈਡ ਬਿਮਾਰ ਹੈ, ਵਿਚਾਰ ਮੰਡਲ ਤੇ ਬੈਠਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਾਰੇ ਦੇ ਸਾਰੇ। ਹਾਂ, ਵਿਚਾਰ ਮੰਡਲ ਦਾ ਮਤਲਬ ਇਹ ਪੰਜਾਂ ਤੱਤਾਂ ਦੇ ਨਾਲ ਜੁੜੇ ਹੋਏ ਵਿਚਾਰ। ਠੀਕ ਹੈ ਜੀ। ਆਪਾਂ ਦੇਖੀਆਂ ਕਿੱਦਾਂ ਈਰਖਾ ਦੇ ਨਾਲ ਭਰੇ ਆ, ਸਾਡੇ ਅੰਦਰ ਕੀ ਚਿੱਤ 'ਚ ਚੱਲਦਾ। ਪਰ ਬਾਬੇ ਤੇ ਕਹਿੰਦੇ ਉਹ ਗੱਲ ਹੀ ਨਹੀਂ, ਉਹ ਕਹਿੰਦੇ ਨਹੀਂ ਏਦਾਂ ਦੀ ਗੱਲ ਕਰੋ ਚਿੱਤ 'ਚ ਕੀ ਚੱਲਦਾ। ਉਹ ਕਹਿੰਦੇ ਛੱਡੋ, ਕਿਹੜਾ ਬਾਣੀ ਦਾ ਪਾਠ ਪੜ੍ਹੋ, ਮੱਥਾ ਟੇਕੋ, ਇਸ਼ਨਾਨ ਕਰੋ, ਇਹ ਫਲਾਣੇ ਡਰੈਸ ਕੋਡ ਹੈਗਾ ਇਹ ਪਾ ਲਓ, ਸਾਡੇ ਕੋਲ ਆ ਕੇ ਧਾਰਮਿਕ ਗੱਲਾਂ ਸੁਣੋ ਤੇ ਗੱਲ ਖਤਮ ਹੋ ਗਈ। ਦਾਨ ਪੁੰਨ ਕਰੋ, ਘੜੇ ਗੁਲਕ ਲੈ ਜਾਓ, ਔਰ ਚ ਰੁਪਈਆ 100-50 ਰੋਜ਼ ਦਾ ਪਾਓ, ਬਸ ਠੀਕ ਹੈ। ਮਨ ਦੇ ਲਾਗੇ ਤੇ ਕੋਈ ਜਾਂਦਾ ਹੀ ਨਹੀਂ। ਉਹ ਕਹਿੰਦੇ ਤਨ ਦੇ ਲਾਗੇ ਜਾਓ, ਤਨ ਦੇ ਵਿੱਚ ਜੋ ਵੀ ਪ੍ਰੋਬਲਮ ਹੈਗੀ ਠੀਕ ਕਰੋ। ਆਮ ਸਮੈਲ ਆਉਂਦੀ ਹੈ ਨਹਾਓ, ਬਸ ਠੀਕ ਹੈ। ਬਾਣੀ ਪੜ੍ਹੀ ਜਾਓ, ਬੋਲੀ ਜਾਓ। ਉਹ ਕਹਿੰਦੇ ਨੀ ਮਨ ਨੇ ਕਿੱਥੋਂ ਬਾਣੀ ਸੁਣਨੀ ਆ। ਉਹ ਕਹਿੰਦੇ ਮਨ ਦੀ ਗੱਲ ਹੀ ਨਾ ਕਰੋ। ਬਾਣੀ ਕਹਿੰਦੀ ਹੈ ਮਨ ਤੋਂ ਇਲਾਵਾ ਤੇਰਾ ਸਾਰਾ ਹੀ ਜਿਹੜਾ ਫਜ਼ੂਲ ਹੈ। ਤੂੰ ਜੋ ਵੀ ਕਰੇਗਾ, ਜੇ ਤੇਰਾ ਮਨ ਉੱਥੇ ਨਹੀਂ ਹੈਗਾ, ਨਾ ਤੇਰੀ ਨਮਾਜ਼ ਕਬੂਲ ਹੋਣੀ, ਨਾ ਤੇਰਾ ਪਾਠ ਕਬੂਲ ਹੋਣਾ, ਨਾ ਤੇਰਾ ਦਾਨ ਕੀਤਾ ਕਬੂਲ ਹੋਣਾ, ਨਾ ਤੇਰੀ ਸੇਵਾ ਕਬੂਲ ਹੋਣੀ। ਕੋਈ ਮਨ ਨਹੀਂ ਹੈਗਾ ਵਿੱਚ। ਔਗਣ 'ਚ ਮਨ ਪੂਰਾ ਹੁੰਦਾ। ਬਾਣੀ ਇਸੇ ਗੱਲ ਕਰਕੇ ਹੀ ਆਪਾਂ ਨੂੰ ਸਾਰਾ ਕੁਝ ਜਿਹੜਾ ਭਰਮ ਆ, ਅਗਿਆਨ ਹੈ, ਉਹਦੇ ਬਾਰੇ ਪਹਿਲਾਂ ਐਡਵਾਂਸ ਸਾਨੂੰ ਅਵੇਅਰ ਕਰਕੇ ਗਈ ਆ ਕਿ ਇਹ ਮਿਸਟੇਕ ਹੋਣੀ ਨਹੀਂ ਚਾਹੀਦੀ। ਬਸ ਠੀਕ ਹੈ ਜੀ। ਆ ਦੇਖੋ ਪਹਿਲਾਂ ਬਾਣੀ ਕੀ ਕਹਿੰਦੀ ਹੈ, ਦਾਰੂ ਤੂੰ ਦਵਾ ਜੇ ਇਲਾਜ ਵੀ ਕਰਨਾ ਹੈ ਤੇ ਤੈਨੂੰ ਦਵਾ ਦਾ ਵੀ ਪਤਾ ਹੋਣਾ ਚਾਹੀਦਾ, ਕਿਹੜਾ ਸਾਲਟ ਦੇਣਾ ਵਾ, ਕਿਹੜੀ ਦਵਾਈ ਦੇਣੀ ਹੈ। ਜੇ ਕੋਈ ਡਾਕਟਰ ਗਿਆ ਵਾ, ਉਹ ਕਹਿੰਦਾ ਮੈਂ ਮਰੀਜ਼ ਦਾ ਇਲਾਜ ਕਰਦਾ, ਸਭ ਤੋਂ ਪਹਿਲਾਂ ਉਸ ਡਾਕਟਰ ਨੂੰ ਮਰੀਜ਼ ਦੀ ਬਿਮਾਰੀ ਦਾ ਪਤਾ ਹੋਣਾ ਚਾਹੀਦਾ। ਉਸ ਤੋਂ ਬਾਅਦ ਉਹਨੂੰ ਦਵਾਈ ਦਾ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਹ ਦਵਾਈ ਜਿਹੜੀ ਹੈ ਅਸਰ ਕਰੇਗੀ, ਕਾਟ ਕਰੇਗੀ। ਸਹੀ ਹੈ ਜੀ ਸਾਹਿਬ? ਬਿਲਕੁਲ ਸਹੀ ਹੈ ਜੀ। ਤੇ ਫਿਰ ਉਹ ਡਾਕਟਰ ਕਿਹੜਾ ਹੁੰਦਾ ਹੈ? ਉਹ ਸਿਆਣਾ ਹੈ, ਉਹ ਸਮਝਦਾਰ ਹੈ, ਉਹਨੂੰ ਪਤਾ ਹੈ ਕੀ ਕਰ ਰਿਹਾ। ਤੇ ਜਿਹੜਾ ਮੇਰੇ ਵਰਗਾ ਐਕਸਪੈਰੀਮੈਂਟ ਕਰ ਰਿਹਾ ਉਹ ਕਹਿੰਦੇ ਸਹੀ ਨਹੀਂ ਹੈ। ਠੀਕ ਹੈ ਜੀ। ਇੱਕ ਹੋਰ ਚੀਜ਼ ਹੈ ਗੋਰਖੀ ਸਾਹਿਬ, ਜਿਹੜਾ ਡਾਕਟਰ ਜਿਹੜਾ ਹੈਗਾ ਪਹਿਲਾਂ ਹੀ ਉਹਨੂੰ ਜਿਹੜੀ ਹੈਗੀ ਉਹਨੂੰ ਖੰਘ ਆ ਰਹੀ ਆ, ਔਰ ਆਪ ਪਹਿਲਾਂ ਹੀ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਸਾਹ ਦੀਆਂ ਬਿਮਾਰੀਆਂ ਹੈਗੀਆਂ, ਤੇ ਦੂਜਿਆਂ ਨੂੰ ਦਵਾਈ ਦਊਗਾ ਤੇ ਉਹਦਾ ਕੀ ਫਾਇਦਾ? ਕਿਹੜੀ ਦਵਾਈ ਦਊਗਾ ਦੂਜਿਆਂ ਨੂੰ? ਹਾਂ, ਪ੍ਰੋਬਲਮ ਹੋ ਜਾਏਗੀ ਨਾ ਉਹਨੂੰ, ਕਿਉਂਕਿ ਉਹਨੂੰ ਪਤਾ ਹੀ ਨਹੀਂ ਵਿਚਾਰੇ ਨੂੰ। ਹਾਂ, ਤੇ ਫਿਰ ਮੁਸ਼ਕਿਲ ਹੋ ਜਾਏਗੀ। ਹਾਂਜੀ ਨਿਜਰ ਸਾਹਿਬ, ਅਗਲੀ ਤੋਂ ਬੋਲੀਏ। ਅਗਲੀ ਕਹਿੰਦੀ ਹੈ ਵੀ ਵਾਟ ਨਾ ਕਰੀ ਮਾਮਲਾ ਜਾਣੇ ਮਹਿਮਾਨ। ਕਹਿੰਦੇ ਤੂੰ ਵਾਟ ਦੇ ਉੱਤੇ ਹੈਗਾ, ਕਾਹਦੇ ਲਈ ਇਹ ਮਾਮਲੇ ਇਕੱਠੇ ਕਰੀ ਜਾ ਰਹੇ? ਕਿਉਂ ਜਿਹੜੇ ਹੈਗੇ ਸਾਰੇ ਕੇਸਿਸ ਜਿਹੜੇ ਹੈਗੇ ਇਕੱਠੇ ਵਧਾਈ ਜਾ ਰਹੇ ਆ? ਤੂੰ ਆਪਣੇ ਸਾਰੇ ਜਿਹੜੇ ਹੈਗੇ ਇਹ ਵਾਟ ਦੇ ਉੱਤੇ, ਤੂੰ ਤਾਂ ਰਸਤੇ ਤੇ, ਤੂੰ ਤਾਂ ਮੁਸਾਫਿਰ ਹੈਗਾ ਭਾਈ, ਤੇ ਤੂੰ ਕਾਹਦੇ ਲਈ ਜਿਹੜਾ ਹੈਗਾ ਹੋਰਨਾਂ ਦੇ ਹੋਰ ਪੰਗੇ ਲਈ ਜਾ ਰਹੇ ਆ ਭਾਈ? ਉਹਦੇ ਵਿੱਚ ਆਪਣੇ ਸਵਾਸ ਨਸ਼ਟ ਕਰੀ ਜਾ ਰਹੇ ਆ। ਜਾਣੇ ਮਹਿਮਾਨ, ਆਪਣੇ ਆਪ ਨੂੰ ਮਹਿਮਾਨ ਜਾਣ ਪਿਆਰਿਆ, ਜਿਹੜੇ ਕੰਮ ਆਏ ਉਹ ਕੰਮ ਕਰ ਲਾ। ਹਾਂਜੀ ਵੀਰ ਜੀ, ਜਿਹੜੀ ਯਾਤਰਾ ਤੇ ਆਇਆ। ਠੀਕ ਹੈ ਜੀ। ਕਹਿੰਦੇ ਕਿ ਜਿਹੜਾ ਤੇਰਾ ਕੰਮ ਹੈਗਾ ਨਾ ਉਹਨੂੰ ਪੂਰਾ ਕਰ। ਉਹ ਹੈ ਆਤਮਾ ਨੂੰ ਚੀਨਣਾ, ਆਤਮਾ ਨੂੰ ਜਾਣਨਾ, ਆਪਣੇ ਆਪ ਨੂੰ ਪਛਾਣਨਾ। ਉੱਪਰ ਲਿਖਿਆ ਨਾ, ਇਹ ਜੋ ਤੁਹਾਡਾ ਕੰਮ, ਨਾਨਕ ਪਰਖੇ ਆਪ ਕੋ ਤਾਂ ਪੁਰਖ ਜਾਣ, ਪਾਰਖੂ ਜਾਣ। ਹਾਂਜੀ, ਉਹ ਬੰਦਾ ਪਾਰਖੂ ਜਿਹੜਾ ਆਪਣੇ ਆਪ ਨੂੰ ਜਾਣ ਲੈਂਦਾ। ਬਿਲਕੁਲ। ਥੱਲੇ ਵੀ ਵੇਖੋ, ਪਹਿਲੇ ਥੱਲੇ ਫਿਰ ਉਹ ਗੱਲ ਕਹਿਤੀ ਉਹਨਾਂ ਨੇ, ਕਹਿੰਦੇ ਆ ਕਿ ਵਾਟ ਨਾ ਕਰੀ ਮਾਮਲਾ ਜਾਣੇ ਮਹਿਮਾਨ। ਤੇ ਜਿਹੜਾ ਕੰਮ ਕਰਨਾ ਪਹਿਲਾਂ ਉਹ ਕਰ ਲਓ, ਕਿਉਂਕਿ ਇਹ ਮਹਿਮਾਨ ਹੈਗੇ ਆਪਾਂ ਇੱਥੇ। ਮਹਿਮਾਨ ਦਾ ਮਤਲਬ ਟੈਂਪਰੇਰੀ ਰੈਜ਼ੀਡੈਂਸੀ। ਉੱਥੇ ਵੇਖਿਆ ਨੀ ਪਲੇਟਫਾਰਮ 'ਚ, ਮੈਂ ਕੱਲ ਗਿਆ ਸਾਂ ਇੱਕ ਬੰਦੇ ਨੂੰ ਲੱਭਣ, ਤਰਲੋਚਨ ਸਿੰਘ ਉਹਨਾਂ ਦਾ ਨਾਮ ਸੀ। ਉਹ ਕਹਿੰਦੇ ਇੱਥੇ ਤੇ ਮਿਲੇ ਨਹੀਂ, ਉਹ ਜਿੱਥੇ ਯਾਤਰੂ ਵੇਟ ਕਰਦੇ ਨਾ, ਵੇਟਿੰਗ ਰੂਮ, ਉੱਥੇ ਜਾਓ, ਮੁਸਾਫਰ ਖਾਨਾ। ਉੱਥੇ ਲੋਕ ਜਿਹੜੇ ਹੁੰਦੇ ਨੇ ਉਹ ਸ਼ਰਨਾਰਥੀ ਹੁੰਦੇ ਆ।
ਟੈਂਪਰੇਰੀ, ਕੁਝ ਸਮੇਂ ਲਈ ਆਏ, ਇੱਕ ਦੂਜੇ ਨੂੰ ਜਾਣਦੇ ਨਹੀਂ, ਔਰ ਇੱਕ ਸਮਾਂ ਆਊਗਾ ਉਹ ਆਪਣੀ ਜਿੱਥੇ ਜਿੱਥੇ ਸਫ਼ਰ ਤੇ ਜਾਣਾ ਉਹਨਾਂ ਨਿਕਲ ਜਾਣਾ। ਕਿਸੇ ਦੀ ਟ੍ਰੇਨ ਦਿੱਲੀ ਦੀ, ਕਿਸੇ ਦੀ ਬੰਬੇ ਦੀ, ਕਿਸੇ ਦੀ ਕਲਕੱਤੇ ਦੀ, ਕਿਤੇ 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 ਜਾਣਾ ਹੋਣਾ, ਤੇ ਕਿਸੇ ਨੇ ਤਾਂ ਜਲੰਧਰ ਹੀ ਚੱਲ ਜਾਣਾ। ਸੋ ਕਹਿਣ ਤੋਂ ਭਾਵ ਹੈ ਕਿ ਹਰ ਇੱਕ ਬੰਦਾ ਇੱਕ ਸਫ਼ਰ ਤੇ ਨਿਕਲਿਆ ਹੋਇਆ, ਤੇ ਆਪਾਂ ਵੀ ਇਹ ਸਫ਼ਰ ਜਿਹੜਾ ਹੈਗਾ, ਇਹ ਜਰਨੀ ਹੈ, ਇਹ ਬੜਾ ਇੰਪੋਰਟੈਂਟ ਟਾਈਮ ਹੈਗਾ ਤੁਹਾਡੇ ਕੋਲ। ਇਹ ਟਾਈਮ ਜੇ ਤੁਹਾਡੇ ਕੋਲ ਮਿਸ ਹੁੰਦਾ ਨਾ, ਬਹੁਤ ਵੱਡੀ ਗੜਬੜ ਹੋ ਜਾਏਗੀ। ਇਸ ਟਾਈਮ ਨੂੰ ਮਿਸ ਨਹੀਂ ਕਰਨਾ ਆਪਾਂ, ਇੱਥੋਂ ਪੂਰਾ ਬੈਨੀਫਿਟ ਉਠਾਉਣਾ। ਉਹ ਕਹਿੰਦੇ ਕਿ ਫਿਰ ਆਪਣੇ ਆਪ ਨੂੰ ਜਾਣ ਲੈਣਾ, ਤੇ ਜਦੋਂ ਜਾਣ ਲਾਂਗੇ ਤੇ ਫਿਰ ਉਹਦਾ ਇਲਾਜ ਵੀ ਕਰ ਲਾਂਗੇ। ਜਾਣਨ ਦਾ ਮਤਲਬ ਇੱਥੇ ਪਤਾ ਕੀ ਕਹਿਣਾ, ਕਿਉਂਕਿ ਇਹ ਬਾਣੀ ਜਾਣਨ ਦਾ ਮਤਲਬ ਕਿ ਜੋ ਤੁਹਾਡੇ ਅੰਦਰ ਹੈਗਾ ਹੈ, ਤੁਸੀਂ ਕਿੱਦਾਂ ਦੇ ਇਨਸਾਨ ਜੋ ਤੁਹਾਨੂੰ ਲੋਕੀ ਕਹਿੰਦੇ ਜੋ ਤੁਸੀਂ ਓਦਾਂ ਦੇ ਇਨਸਾਨ ਤੇ ਬਿਲਕੁਲ ਨਹੀਂ ਹੈਗੇ। ਇਹ ਇੱਕ ਬਹੁਤ ਵੱਡਾ ਮਿਸ ਅੰਡਰਸਟੈਂਡਿੰਗ ਆ। ਇਨਸਾਨ ਪਤਾ ਕੀ ਸੋਚਦਾ, ਇਨਸਾਨ ਆਲਵੇਜ਼ ਟੇਕ ਅਦਰ ਪੀਪਲ ਸਟੇਟਮੈਂਟ, ਔਰ ਕਈ ਤੁਹਾਨੂੰ ਵੇਖ ਕੇ ਤੁਹਾਨੂੰ ਕਹਿ ਸਕਦੇ ਆ ਕਿ ਤੁਸੀਂ ਸੰਤ ਹੈਗੇ ਜੋ, ਕਿਉਂਕਿ ਚਿੱਟੇ ਕੱਪੜੇ ਪਾਏ, ਤੁਸੀਂ ਬਾਣੀ ਦੀਆਂ ਤੁਕਾਂ ਬੋਲ ਰਹੇ ਜੋ ਤੋਤੇ ਵਾਂਗੂ, ਤੁਸੀਂ ਤਾਂ ਗੁਰਦੁਆਰੇ ਜਾਂਦੇ ਜੋ, ਸੇਵਾ ਕਰਦੇ ਜੋ, ਪਰ ਅੰਦਰ ਤੁਹਾਡੀ ਬਿਰਤੀ ਕਿੱਦਾਂ ਦੀ ਆ ਉਹ ਨਹੀਂ ਜਾਣਦੇ, ਪਰ ਤੁਸੀਂ ਜਾਣਦੇ ਜੋ। ਇਸ ਕਰਕੇ ਬਹੁਤ ਸਾਰੇ ਲੋਕ ਜਿਹੜੇ ਹੁੰਦੇ ਨੇ, ਜਿਹੜੇ ਕੱਟੜ ਲੋਕ ਹੁੰਦੇ ਨੇ, ਉਹ ਲੋਕਾਂ ਦੀ ਸਟੇਟਮੈਂਟ ਤੇ ਉਹਨੂੰ ਐਕਸੈਪਟ ਕਰ ਲੈਂਦੇ ਆ, ਤੇ ਫਿਰ ਉਹ ਕੀ ਹੁੰਦੇ ਨੇ, ਉਹ ਬਹੁਤ ਕੱਟੜ ਹੋ ਜਾਂਦੇ ਨੇ। ਫਿਰ ਉਹ ਸੱਚ ਵੇਖਣਾ ਹੀ ਨਹੀਂ ਚਾਹੁੰਦੇ। ਕੋਈ ਕਹੂਗਾ ਵੀ ਤੁਹਾਨੂੰ ਯਕੀਨ ਨਹੀਂ ਹੋਣਾ, ਕਿਉਂਕਿ ਲੋਕਾਂ ਨੇ ਆਲਰੇਡੀ ਫਤਵਾ ਦੇ ਦਿੱਤਾ ਹੈ ਕਿ ਤੁਸੀਂ ਬਹੁਤ ਵਧੀਆ ਸੰਤ ਜੋ, A to Z ਜਿਹੜਾ ਮੇਕਅਪ ਹੈ ਤੁਹਾਡਾ ਪਰਫੈਕਟ ਹੈਗਾ, ਤੁਸੀਂ ਤੇ ਬ੍ਰਹਮ ਗਿਆਨੀ ਜੇ। ਅਗਲੇ ਲਿਖ ਵੀ ਦਿੰਦੇ, ਨਾ ਵੀ ਕੋਈ ਲਿਖੇ ਤੇ ਅਗਲੇ ਆਪ ਲਿਖ ਲੈਂਦੇ ਆ, ਸੰਤ ਬਾਬਾ ਬ੍ਰਹਮ ਗਿਆਨੀ, ਪਤਾ ਨੀ ਕਿਹੜੇ। ਠੀਕ ਹੈ ਜੀ, ਏਦਾਂ ਬ੍ਰਹਮ ਗਿਆਨੀ ਲਿਖਣ ਦੇ ਨਾਲ ਬ੍ਰਹਮ ਗਿਆਨੀ ਨਹੀਂ ਬਣ ਸਕਦਾ। ਇਨਸਾਨ ਬ੍ਰਹਮ ਗਿਆਨੀ ਉਦੋਂ ਬਣਦਾ ਜਦੋਂ ਆਪਣੀ ਆਤਮਾ ਨੂੰ ਜਾਣ ਲੈਂਦਾ। ਠੀਕ ਹੈ ਜੀ, ਤੇ ਅਗਲੇ ਬੰਨੇ ਨੇ ਜੈਸਾ ਬੋਲੋ, ਮੂਲ ਜਾਣ ਗੱਲਾਂ ਕਰੇ, ਹਾਣ ਲਾਏ ਹਾਣ। ਮੂਲ ਕੀ ਹੈ ਆਪਣੇ ਅੰਦਰ? ਆਪਣੀ ਆਤਮਾ, ਮੂਲ ਪਰਮਾਤਮਾ। ਮੂਲ ਦੀਆਂ ਗੱਲਾਂ ਕਰੇ, ਮੂਲ ਨੂੰ ਜਾਣ ਕੇ ਵੀ ਮੈਂ ਤਾਂ ਜਿਹੜਾ ਹੈਗਾ, ਮੈਂ ਤਾਂ ਸਰੀਰ ਹੈ ਹੀ ਨਹੀਂ ਹੈਗਾ। ਮੂਲ ਜਾਣ ਗੱਲਾਂ ਕਰੇ, ਇਹ ਐਸ ਦੀਆਂ ਗੱਲਾਂ ਕਰਦਾ। ਆ ਫੀਲਡ ਹੋਣੀ ਚਾਹੀਦੀ ਹੈ ਆਪਣੀ। ਹਾਣ ਲਾਏ ਹਾਣ, ਕਹਿੰਦੇ ਆਪਣੇ ਹਾਣ ਜਿਹੜਾ ਹੈਗਾ, ਜਿਸ ਰਸਤੇ ਤੇ ਆਪਾਂ ਮੂਲ ਦੇ ਰਸਤੇ ਤੇ ਜੋ ਆਪਣੇ ਜਿਹੜੇ ਹੈਗੇ ਇਹ ਗੁਰਮੁਖ ਹੈਗੇ, ਸਤਸੰਗੀ ਹੈਗੇ, ਉਹਨਾਂ ਦੀ ਸੰਗਤ ਕਰੇ। ਹਾਣ ਲਾਏ ਹਾਣ, ਆਪਣੇ ਹਾਣੀਆਂ ਦੇ ਨਾਲ ਉੱਥੇ ਸਮਾਂ ਲਗਾਏ। ਲੱਭ ਨਾ ਚੱਲੀ ਸੱਚ ਰਹੇ, ਸੋ ਵਿਸ਼ਟ ਪਰਵਾਨ। ਤੇ ਲੱਭ ਕਹਿੰਦੇ ਆ ਨਹੀਂ ਚੱਲਣਾ ਪਾਏ। ਇਹ ਪਦਾਰਥ ਜਿਹੜੇ ਆ ਦੁਨੀਆ ਦੇ, ਜਿਹੜੇ ਆ ਲੋਭ ਜਿਹੜਾ ਹੈਗਾ, ਇਹ ਖਾਣ ਦਾ, ਉਹ ਪਾਉਣ ਦਾ, ਭੋਗਣ ਦਾ, ਸਾਰੇ ਜਿਹੜੇ ਹੈਗੇ ਇਹਨਾਂ ਦੇ ਨਾਲ ਪਾਈ ਨਹੀਂ ਚੱਲੇਗਾ। ਸੱਚ ਦੇ ਨਾਲ ਰਹਿਣਾ ਪਊਗਾ, ਸੱਚ ਦੇ ਨਾਲ। ਸੋ ਵਿਸ਼ਟ ਪਰਵਾਨ, ਜਿਹੜਾ ਐਸਾ ਜਿਹੜਾ ਹੈਗਾ ਜੀਵਨ ਵਾਲਾ ਇਨਸਾਨ ਹੋਏਗਾ, ਜਿਹੜਾ ਇਸ ਤਰੀਕੇ ਦੇ ਨਾਲ ਆਪਣੀ ਜੀਵਨ ਨੂੰ ਚਲਾ ਰਿਹਾ, ਕਹਿੰਦੇ ਉਹ ਪਾਏ ਪਰਮਾਤਮਾ ਦੇ ਦਰ ਤੇ, ਜੋ ਆਪ ਜਪੇ ਅਵਰੈ ਨਾਮ ਜਪਾਵੈ। ਉਹ ਦੂਸਰਿਆਂ ਨੂੰ ਜਿਹੜਾ ਹੈਗਾ, ਦੂਸਰਿਆਂ ਨੂੰ ਵੀ ਜੋੜ ਸਕਦਾ ਹੈ ਪਾਏ। ਸੋ ਵਿਸ਼ਟ ਕਹਿੰਦੇ ਆ, ਉਹ ਵਿਚੋਲਾ ਪਰਵਾਨ ਹੈਗਾ ਮਾਲਕ ਦੇ ਦਰ ਤੇ। ਹਾਂਜੀ ਵੀਰ ਜੀ, ਠੀਕ ਹੈ ਜੀ। ਉੱਪਰ ਕਹਿ ਰਹੇ ਨੇ ਮੂਲ ਜਾਣ ਗੱਲਾਂ ਕਰੇ। ਹਾਂ, ਪਹਿਲਾਂ ਦੀ ਗੱਲ ਉਹ ਮੂਲ ਨੂੰ ਜਾਣਦਾ, ਮੂਲ ਦੇ ਨਾਲ ਉਹਦੀ ਸਾਂਝ ਪੈ ਗਈ ਹੈ। ਹਾਂ, ਜਿਹੜੇ ਬੰਦੇ ਦੀ ਸਾਂਝ ਪੈ ਗਈ ਆ ਉਹਦੀ ਗੱਲ ਚ ਦਮ ਹੈ। ਬਿਲਕੁਲ। ਤੇ ਫਿਰ ਕਹਿੰਦੇ ਆ ਹਾਣ ਲਾਏ ਹਾਣ। ਆਪਣੇ ਹਾਣੀਆਂ ਦੇ ਨਾਲ ਸੰਗਤ ਕਰੇ। ਹਾਂ, ਫਿਰ ਜਿੱਦਾਂ ਕ੍ਰਿਕਟ ਵਾਲਿਆਂ ਦੀ ਦੋਸਤੀ ਪੈਂਦੀ ਨਾ ਕ੍ਰਿਕਟ ਵਾਲਿਆਂ ਨਾਲ, ਉਸੇ ਤਰ੍ਹਾਂ ਫੁੱਟਬਾਲ ਵਾਲਿਆਂ ਦੀ ਦੋਸਤੀ ਫੁੱਟਬਾਲ ਵਾਲਿਆਂ ਨਾਲ ਪੈਂਦੀ। ਫਿਰ ਇਸੇ ਤਰ੍ਹਾਂ ਇਹਨਾਂ ਦੀ ਜਿਹੜੀ ਸੰਗਤ ਆ ਉਦਾਂ ਦੇ ਲੋਕਾਂ ਦੇ ਨਾਲ ਪੈ ਜਾਂਦੀ ਹੈ। ਠੀਕ ਹੈ ਜੀ। ਹਾਣ ਨੂੰ ਹਾਣ ਪਿਆਰਾ ਨਹੀਂ ਹੁੰਦਾ, ਪੰਜਾਬੀ ਚ ਕਹਾਵਤ ਹੈ, ਇਹ ਵੀ ਹਾਣ ਤੇ ਉਹੀ ਹੈ। ਠੀਕ ਨਿਜਰ ਸਾਹਿਬ, ਅੱਗੇ ਚੱਲੀਏ। ਲੱਭ ਨਾ ਚੱਲੀ ਸੱਚ ਰਹੇ, ਕਹਿੰਦੇ ਲਾਲਚ ਨਹੀਂ ਚੱਲਣਾ ਖਾਣ ਦਾ। ਇਹ ਲੱਭ ਕਹਿ ਰਹੇ ਆ ਮਹਾਰਾਜ, ਲੋਭ ਨਹੀਂ ਕਹਿ ਰਹੇ। ਲੋਭ ਹੁੰਦਾ ਹੈ ਦੁਨੀਆ ਦੇ ਪਦਾਰਥਾਂ ਦਾ, ਲੱਭ ਹੁੰਦਾ ਹੈ ਜੀਵ ਦਾ। ਸਭ ਤੋਂ ਬਹੁਤ ਜ਼ਬਰਦਸਤ ਜਿਹੜਾ ਹੈਗਾ ਆਪਣਾ ਜੀਵ ਦੇ ਚਸਕੇ ਬਹੁਤ ਜ਼ਬਰਦਸਤ ਹੈਗੇ। ਇਹਦਾ ਲੋਭ ਜਿਹੜਾ ਹੈਗਾ, ਕਹਿੰਦੇ ਨਹੀਂ ਚੱਲਣਾ ਪਾਏ। ਲੱਭ ਨਾ ਚੱਲੀ ਸੱਚ ਰਹੇ, ਸੱਚ ਦੇ ਨਾਲ ਜੁੜ ਕੇ ਰਹੇ ਪਾਏ। ਸੱਚਾ ਜੀਵਨ ਰੱਖੇ, ਸੱਚ ਨੂੰ ਆਪਣੇ ਜੀਵਨ 'ਚ ਲੈ ਕੇ ਆਏ।
ਸੋ ਵਿਸ਼ਟ ਪ੍ਰਵਾਨ, ਉਹ ਵਿਚੋਲਾ ਪ੍ਰਵਾਨ ਆ ਭਾਈ। ਹਾਂਜੀ ਵੀਰ ਜੀ। ਫਿਰ ਉਹ ਕਹਿੰਦੇ ਕਿ ਜਿਹੜਾ ਬੰਦਾ ਚਸਕਿਆਂ ਤੋਂ ਬਚ ਜੇ। ਹਾਂ ਚਸਕੇ ਬੜੇ ਮਾੜੇ ਹੁੰਦੇ ਆ। ਜ਼ੁਬਾਨ ਦਾ ਚਸਕਾ ਹੋਵੇ ਨਾ, ਤੇ ਮੈਂ ਵੇਖਿਆ ਬੜੀ ਬੜੀ ਦੂਰ। ਇੱਕ ਦਿਨ ਮੈਂ ਪਤਾ ਨਹੀਂ ਮੈਂ ਕਿੱਥੇ ਕੋਈ ਵੀਡੀਓ ਵੇਖੀ, ਉਹ ਬੰਦਾ ਕਹਿੰਦਾ ਮੈਂ ਨਾ ਫਲਾਨੀ ਚੀਜ਼ ਖਾਣਾ ਹੈ, ਤੇ ਨਿੱਜਰ ਸਾਹਿਬ ਉਹ ਕਹਿੰਦਾ ਮੈਂ ਤਾਜੀ ਲੈ ਕੇ ਆਉਣਾ ਤੇ ਮੈਨੂੰ 70 ਕਿਲੋਮੀਟਰ ਦੂਰ ਜਾਣਾ ਪੈਂਦਾ। ਵੇਖੋ ਨਿੱਜਰ ਸਾਹਿਬ ਕਿ ਬੰਦੇ ਕਿੱਥੇ ਕਿੱਥੇ ਪਹੁੰਚ ਜਾਂਦੇ ਜਿਹੜੇ ਜ਼ੁਬਾਨ ਦੇ ਚਸਕੇ ਹੁੰਦੇ ਆ। ਇਹ ਵੀ ਸਵਾਦ ਜਿਹੜੇ ਕਹਿੰਦੇ ਆ। ਠੀਕ ਹੈ ਜੀ, ਬਿਲਕੁਲ। ਤੇ ਫਿਰ ਕਹਿੰਦੇ ਸੋ ਵਿਸ਼ਟੂ ਪ੍ਰਵਾਨ। ਹਾਂ, ਵਿਸ਼ਟ ਪ੍ਰਵਾਨ। ਵਿਸ਼ਟ ਵਿਸ਼ਟ ਦਾ ਮਤਲਬ ਹੁੰਦਾ ਵਿਚੋਲਾ, ਵਕੀਲ। ਹਾਂ, ਉਹ ਕਹਿੰਦੇ ਕਿ ਉਹ ਬੰਦਾ ਪ੍ਰਵਾਨ ਆ ਜਿਹੜਾ ਭੋਗਾਂ ਤੋਂ ਸਵਾਰਥਾਂ ਤੋਂ ਮੁਕਤ। ਹਾਂ, ਉਹ ਤਾਂ ਆਪ ਵਿਚੋਲਾ ਪ੍ਰਵਾਨ ਚਾਹੀਦਾ ਵਾ। ਇਹ ਜਿਹੜਾ ਆਪ ਮੁਕਤ ਆ, ਜਿਹੜਾ ਆਪ ਗਰਕਿਆ ਪਿਆ ਵਾ ਭੋਗਾਂ ਚ ਰਸਾਂ ਚ, ਉਹ ਵਿਚੋਲਾ ਨਹੀਂ ਜੋ ਪ੍ਰਵਾਨ। ਬਿਲਕੁਲ ਮਨਾ ਕਰਦੇ ਜੋ ਕਹਿੰਦੇ ਵਿਚੋਲੇ ਦਾ ਮਤਲਬ ਜਿੱਥੇ ਤੁਸੀਂ ਗਿਆਨ ਲੈ ਰਹੇ ਜੋ, ਜਿੱਥੇ ਸੰਗਤ ਕਰ ਰਹੇ ਜੋ, ਕਿਤੇ ਉਹ ਤੁਸੀਂ ਚੱਕਰ ਚ ਬੈਠਾ। ਜੇ ਉਹ ਬੰਦਾ ਖੁਦ ਭੋਗਾਂ ਚ ਬੈਠਾ ਤੇ ਫਿਰ ਕਹਿੰਦੇ ਉਹ ਤੁਹਾਡੀ ਨਜ਼ਰ ਚ ਪ੍ਰਵਾਨ ਹੈ, ਪਰ ਪਰਮਾਤਮਾ ਦੀ ਨਜ਼ਰ ਚ ਬਿਲਕੁਲ ਪ੍ਰਵਾਨ ਨਹੀਂ ਜਾਏਗਾ। ਵੈਸੇ ਵੀ ਉਹਦੇ ਲਾਗੇ ਬਹਿਣ ਦਾ ਫਾਇਦਾ ਕੋਈ ਨਹੀਂ। ਤੁਹਾਡੀ ਜ਼ਿੰਦਗੀ ਚ ਕੋਈ ਬਦਲਾਅ ਹੀ ਨਹੀਂ ਹੋਣਾ, ਨਾ ਉਹਦੀ ਗੱਲ ਦਾ ਅਸਰ ਹੋਣਾ। ਕਿਉਂਕਿ ਪੱਥਰ ਤੇ ਪਾਣੀ ਪਾਉਣ ਦੇ ਨਾਲ ਪੱਥਰ ਦੇ ਅੰਦਰ ਕੋਈ ਅਸਰ ਨਹੀਂ ਹੁੰਦਾ। ਉਹਦਾ ਜਿਹੜਾ ਗਿਆਨ ਆ ਉਹ ਬੜਾ ਹਲਕੇ ਲੈਵਲ ਦਾ ਗਿਆਨ ਹੈ। ਉਹ ਤਨ ਦੇ ਲੈਵਲ ਦਾ ਗਿਆਨ ਹੈ, ਮਨ ਦੇ ਲੈਵਲ ਦਾ ਗਿਆਨ ਨਹੀਂ ਹੈ। ਮਨ ਐਵੇਂ ਨਹੀਂ ਪਿਘਲ ਜਾਂਦਾ। ਮਨ ਨੂੰ ਆਤਮਾ ਦਾ ਗਿਆਨ ਚਾਹੀਦਾ ਹੈ, ਔਰ ਬ੍ਰਹਮ ਵਿਦਿਆ ਜਿਹੜੀ ਆ ਆਤਮਾ ਚੋਂ ਹੀ ਆਉਂਦੀ ਹੈ। ਜੇ ਕੋਈ ਬੰਦਾ ਉਸ ਲੈਵਲ ਤੇ ਪਹੁੰਚਦਾ ਹੈ, ਫਿਰ ਉਹ ਆਤਮਾ ਚੋਂ ਕਥਾ ਕਰਦਾ ਹੈ, ਫਿਰ ਹੀ ਕਾਟ ਹੋਣੀ ਹੈ। ਤੇ ਜਿਹੜਾ ਬੰਦਾ ਖੁਦ ਮਨ ਚ ਬੈਠਾ ਹੈ, ਉਹ ਤੁਹਾਨੂੰ ਆਤਮਾ ਚ ਲੈ ਕੇ ਨਹੀਂ ਜਾ ਸਕਦਾ। ਬਿਲਕੁਲ ਸਹੀ ਹੈ। ਉਹਦੀ ਅਪਰੋਚ ਹੀ ਨਹੀਂ ਹੈਗੀ, ਉਹਦੇ ਆਪ ਮਨ ਚ ਬੈਠਾ। ਹਾਂ, ਮਨ ਨੂੰ ਬੜਾ ਚੰਗਾ ਲੱਗੂਗਾ, ਕਿਉਂਕਿ ਉਹ ਵੀ ਮਨ ਚ ਤੇ ਇਹ ਵੀ ਮਨ ਚ। ਨਿੱਜਰ ਸਾਹਿਬ ਆਪ ਵੀ ਬ੍ਰਹਮ ਗਿਆਨੀ ਔਰ ਹਮ ਵੀ ਬ੍ਰਹਮ ਗਿਆਨੀ। ਉਹ ਕਹਿੰਦੇ ਕਿ ਤੂੰ ਮੈਨੂੰ ਮਾਲਿਸ਼ ਕਰੀ ਜਾ, ਮੈਂ ਤੈਨੂੰ ਕਰੀ ਜਾਵਾਂ। ਉਸ ਹਿਸਾਬ ਨਾਲ ਕਹਿੰਦੇ ਗੱਲ ਹੀ ਨਹੀਂ ਬਣੇਗੀ। ਫਿਰ ਆ ਦੇਖੋ, ਬਾਣੀ ਕੋਈ ਗਲਤ ਨਹੀਂ ਲਿਖਿਆ ਜੇ, ਉਹ ਇਹੋ ਸਾਨੂੰ ਸਮਝਾਉਣਾ ਚਾਹੁੰਦੇ। ਠੀਕ ਹੈ ਜੀ, ਇਸ ਕਰਕੇ ਬ੍ਰਹਮ ਗਿਆਨੀ ਦੀ ਆਵਾਜ਼ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਚ ਲਿਖੀ ਆ, ਆਪਾਂ ਉਹਨੂੰ ਸਵੀਕਾਰ ਕਰੀਏ। ਹਾਂਜੀ ਸੁਖਵਿੰਦਰ ਜੀ, ਆਪ ਕੁਝ ਕਹਿਣਾ ਚਾਹੁੰਦੇ ਜੋ? ਮਾਈਕ ਤੁਹਾਡਾ ਔਨ ਨਹੀਂ ਵੀਰ ਜੀ। ਠੀਕ ਹੈ, ਸਰ ਅੱਗੇ ਤੁਰੋ। ਸਰ ਸੰਦੇ ਆਗਾਸ ਕੋ ਕਿਉਂ ਪਹੁੰਚੇ ਬਾਣ। ਕਹਿੰਦੇ ਹੁਣ ਤੂੰ ਜਿਹੜਾ ਹੈਗਾ, ਦੇਖੋ ਇਹ ਸ਼ੁਰੂ ਹੋਇਆ ਸੀ ਪਹਿਲਾ ਸ਼ਲੋਕ, ਉਹਦੇ ਵਿੱਚ ਕਿਹਾ ਸੀਗਾ ਬਈ ਗੁਰਮੁਖ ਸਿਓ ਮਨਮੁਖ ਆੜੇ। ਉਹ ਹੈਗਾ ਕਹਿੰਦੇ ਆਕਾਸ਼ ਨੂੰ ਜਿਹੜਾ ਹੈਗਾ ਤੀਰ ਚਲਾਉਣਾ ਉੱਪਰ ਨੂੰ। ਕਹਿੰਦੇ ਹਵਾ 'ਚ ਤੀਰ ਚਲਾਉਣਾ ਜੀ, ਹਵਾ 'ਚ ਨਹੀਂ, ਆਕਾਸ਼ ਦੇ ਵਿੱਚ ਤੀਰ ਚਲਾਉਣਾ ਹੈ। ਉਹਨਾਂ ਨੂੰ ਕੁਛ ਨਹੀਂ ਹੋਣਾ ਜਿੱਧਰ ਨੂੰ ਤੀਰ ਚਲਾ ਰਹੇ। ਆਕਾਸ਼ ਨੂੰ ਕੀ ਹੋ ਜਾਣਾ ਉੱਥੇ? ਉਹ ਤਾਂ ਬਹੁਤ ਉੱਚੀ ਸਟੇਜ ਦੇ ਵਿੱਚ ਹੈਗੇ ਆ ਜਿਹੜੇ ਭਗਤੀ ਕਰ ਰਹੇ ਆ, ਜਿਹੜੇ ਗੁਰਮੁਖ ਹੈਗੇ ਆ। ਕਹਿੰਦੇ ਉਹਨਾਂ ਦਾ ਤਾਂ ਮਾਲਕ ਪਰਮਾਤਮਾ ਜਿਹੜਾ ਹੈਗਾ, ਉਹਨਾਂ ਦੇ ਉੱਤੇ ਤਾਂ ਮਾਲਕ ਦਾ ਹੱਥ ਹੈਗਾ ਪੂਰੀ ਤਰ੍ਹਾਂ ਜਿਹੜਾ ਹੈਗਾ, ਕਿਉਂਕਿ ਇਸੇ ਕੰਮ ਵਾਸਤੇ ਤਾਂ ਮਾਲਕ ਨੇ ਜਿਹੜਾ ਹੈਗਾ ਸੰਸਾਰ ਬਣਾਇਆ। ਸਰ ਕਹਿੰਦੇ ਤੀਰ, ਸੰਦੇ ਮਤਲਬ ਬਿੰਨ ਕੇ ਚਲਾਏ, ਆਗਾਸ ਕੋ ਉੱਪਰ ਨੂੰ ਕਿਉਂ ਪਹੁੰਚੇ ਬਾਣ। ਕਹਿੰਦੇ ਬਾਣ ਨਹੀਂ ਪਹੁੰਚ ਸਕਦਾ ਪਾਏ। ਅੱਗੇ ਉਹ ਅਗੰਮ ਹੈ ਵਾਹਿੰਦਰ ਜਾਣ। ਕਹਿੰਦੇ ਉਹ ਮਾਲਕ ਪਰਮਾਤਮਾ ਹੈਗਾ ਅਗੰਮ ਭਾਈ। ਉਹ ਮਾਲਕ ਪਰਮਾਤਮਾ ਹੈਗਾ। ਤੈਨੂੰ ਵਾਹਿੰਦੜ ਨੂੰ ਹੀ ਜਿਹੜੀ ਵਾਪਿਸ ਆ ਕੇ ਤੀਰ ਲੱਗੂਗਾ, ਤੇਰਾ ਹੀ ਜੀਵਨ ਜਿਹੜਾ ਹੈਗਾ ਸੜ ਜਾਣਾ ਹੈ ਭਾਈ। ਤੇਰੀ ਮਨੁੱਖੀ ਜੂਨ ਅਜਾਈ ਚਲੇ ਜਾਣੀ। ਹਾਂਜੀ ਗੋਰਖੀ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਨੇ ਕਿ ਜਦੋਂ ਤੁਸੀਂ ਤੀਰ ਆਕਾਸ਼ ਵੱਲ ਸ਼ੂਟ ਕਰਦੇ ਜੋ, ਤੇ ਤੀਰ ਨੇ ਘੁੰਮ ਕੇ ਧਰਤੀ ਤੇ ਆ ਕੇ ਵੱਜਣਾ। ਕਿਉਂਕਿ ਆਕਾਸ਼ ਸਵੀਕਾਰ ਨਹੀਂ ਕਰਦਾ। ਜੇ ਸਵੀਕਾਰ ਕਰੇ ਤੇ ਤੀਰ ਉੱਪਰ ਰਹਿ ਜੇ ਨਾ, ਉਹ ਤਾਂ ਥੱਲੇ ਆ ਜਾਂਦਾ। ਜੋ ਧਰਤੀ ਤੇ ਆ ਕੇ ਵੱਜਦਾ ਤੇ ਧਰਤੀ ਚ ਖੁੱਡਾ ਕਰਦਾ। ਠੀਕ ਹੈ ਜੀ। ਇਸੇ ਤਰ੍ਹਾਂ ਕਹਿੰਦੇ ਕਿ ਜੇ ਤੁਸੀਂ ਬ੍ਰਹਮ ਗਿਆਨੀ ਦੇ ਪ੍ਰਤੀ ਕੁਝ ਮਾੜੇ ਲਫ਼ਜ਼ ਬੋਲਦੇ ਵੀ ਜੋ, ਤੇ ਉਹਦੇ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹ ਬਾਣੀ ਚ ਇੱਕ ਜਗ੍ਹਾ ਤੇ ਉਹਨੇ ਲਿਖਿਆ ਕੋਈ ਭਲਾ ਕਹੇ ਕੋਈ ਬੁਰਾ ਕਹੇ। ਕੋਈ ਤੇਰੇ ਭਲਾ ਕਹਿਣ ਦੇ ਨਾਲ ਜਾਂ ਤੇਰੇ ਬੁਰੇ ਕਹਿਣ ਦੇ ਨਾਲ ਮੈਂ ਭਲਾ ਨਹੀਂ ਹੋ ਜਾਣਾ, ਤੇ ਤੇਰੇ ਬੁਰੇ ਕਹਿਣ ਦੇ ਨਾਲ ਮੈਂ ਬੁਰਾ ਨਹੀਂ ਹੋ ਜਾਣਾ। ਇਹ ਬੜੀ ਇੰਪੋਰਟੈਂਟ ਸਟੇਟਮੈਂਟ ਆ।
ਤੇ ਸਾਡੇ ਕਹਿਣ ਦੇ ਨਾਲ ਜਿਹੜਾ ਵਾ ਉਹ ਸੂਰਜ ਚੰਦਰਮਾ ਨਹੀਂ ਹੋ ਜਾਣਾ, ਜਾਂ ਚੰਦਰਮਾ ਨੇ ਸੂਰਜ ਨਹੀਂ ਹੋ ਜਾਣਾ, ਉਹਦੇ ਜੋ ਹੈਗੇ ਆ ਉਹੀ ਰਹਿਣੇ। ਠੀਕ ਹੈ ਜੀ, ਤੇ ਇਹ ਬੜਾ ਇੰਪੋਰਟੈਂਟ ਹੈ। ਹਾਂਜੀ ਨੇਜਰ ਸਾਹਿਬ, ਅੱਗੇ ਤੱਕ ਬੋਲੋ। ਹਾਂਜੀ, ਅੱਗੇ ਆ ਗਈ ਪੌੜੀ। ਨਾਰੀ ਪੁਰਖ ਪਿਆਰ ਪ੍ਰੇਮ ਸਿੰਗਾਰੀਆ। ਨਾਰੀਆਂ ਆਪਾਂ ਸਾਰੀਆਂ ਜੀਵ ਇਸਤਰੀਆਂ ਹੈਗੀਆਂ, ਉਹ ਮਾਲਕ ਪਰਮਾਤਮਾ ਪੁਰਖ ਹੈਗਾ ਪਾਏ, ਜਿਨ੍ਹਾਂ ਦਾ ਪਿਆਰ ਮਾਲਕ ਪਰਮਾਤਮਾ ਦੇ ਨਾਲ ਪੈ ਜਾਂਦਾ ਹੈ, ਅਤੇ ਮਾਲਕ ਪਰਮਾਤਮਾ ਦੇ ਪ੍ਰੇਮ ਦੇ ਨਾਲ ਉਹ ਸਿੰਗਾਰੀਆਂ ਜਾਂਦੀਆਂ ਪਾਏ। ਉਹਨਾਂ ਦਾ ਸ਼ਿੰਗਾਰ ਹੋ ਜਾਂਦਾ ਹੈ, ਉਹ ਸੋਹਣੀਆਂ ਬਣ ਜਾਂਦੀਆਂ, ਮਾਲਕ ਪਰਮਾਤਮਾ ਪਤੀ ਨੂੰ ਪਸੰਦ ਆ ਜਾਂਦੀਆਂ। ਨਾਰੀ ਪੁਰਖ ਪਿਆਰ ਪ੍ਰੇਮ ਸਿੰਗਾਰੀਆਂ, ਪ੍ਰੇਮ ਦੇ ਨਾਲ ਸਿੰਗਾਰੀਆਂ ਹੋਈਆਂ ਆ। ਕਰਨ ਭਗਤ ਦਿਨ ਰਾਤ ਨਾ ਰਹਿਣੀ ਵਾਰੀਆਂ। ਕਿਵੇਂ ਸਿੰਗਾਰੀਆਂ? ਕਹਿੰਦੇ ਕੀ ਕਰਦੀਆਂ? ਸ਼ਿੰਗਾਰ ਕਦੋਂ ਕਰਦੀਆਂ? ਕਹਿੰਦੇ ਜਦ ਵੀ ਉਹਨਾਂ ਨੂੰ ਟਾਈਮ ਮਿਲਦਾ ਹੈ, ਆਹੀ ਕੰਮ ਕਰਦੀਆਂ ਹੈ ਉਹ। ਕਰਨ ਭਗਤ ਭਗਤੀ ਕਰਦੀਆਂ ਹੈ, ਉਹ ਮੈਕਸੀਮਮ ਪ੍ਰਾਇਰਟੀ ਉਹਨਾਂ ਦੀ ਭਗਤੀ ਹੈਗੀ। ਕਰਨ ਭਗਤ ਦਿਨ ਰਾਤ ਨਾ ਰਹਿਣੀ ਵਾਰੀਆਂ। ਨਾ ਰਹਿਣੀ ਵਾਰੀਆਂ ਦਾ ਕੀ ਮਤਲਬ? ਵੀ ਕੋਈ ਉਹਨਾਂ ਨੂੰ ਵਰਜਿਤ ਕਰਦਾ ਆ ਤੇ ਨਹੀਂ ਹਟਦੀਆਂ ਉਹ ਇਸ ਕੰਮ ਤੋਂ, ਕਿਸੇ ਦੀ ਹਟਾਈਆਂ ਹੋਈਆਂ ਨਹੀਂ ਹਟਦੀਆਂ। ਮਹਿਲਾ ਮੰਝ ਨਿਵਾਸ ਸ਼ਬਦੇ ਸਿੰਗਾਰੀਆਂ। ਉਹਨਾਂ ਦਾ ਆਤਮਾ ਦੇ ਵਿੱਚ ਨਿਵਾਸ ਹੁੰਦਾ ਹੈ ਪਾਏ, ਉਹ ਤਾਂ ਆਤਮਾ ਦੇ ਨੇੜੇ ਹੋਈ ਜਾਂਦੀਆਂ ਹੈ। ਸ਼ਬਦ ਦੇ ਨਾਲ, ਧਿਆਨ ਸਿਮਰਨ ਦੇ ਨਾਲ ਉਹ ਸਵਾਰੀਆਂ ਜਾ ਰਹੀਆਂ। ਸੱਚ ਕਹਿਣ ਅਰਦਾਸ ਸੇ ਵਿਚਾਰੀਆਂ। ਕਹਿੰਦੇ ਉਹ ਤਾਂ ਵਿਚਾਰਵਾਨ ਹੈਗੀਆਂ, ਸੱਚ ਅਰਦਾਸ ਕਰਦੀਆਂ। ਸੱਚ ਹੈ ਉਹਨਾਂ ਦੇ ਜੀਵਨ ਦੇ ਵਿੱਚ। ਪ੍ਰੇਮ ਉਹ ਜਿਹੜੀ ਹੈ ਆਪਣੀ ਨਿਮਰਤਾ ਦੇ ਨਾਲ ਜਿਹੜੇ ਹੈਗੇ ਉਹ ਇਹ ਧਿਆਨ ਸਿਮਰਨ ਕਰਦੀਆਂ, ਆਪਣੀ ਹਉਮੈ ਨੂੰ ਥੱਲੇ ਰੱਖ ਕੇ, ਆਪਣੇ ਮਨ ਨੂੰ ਥੱਲੇ ਰੱਖ ਕੇ। ਫਿਰ ਸੋਹਣ ਖਸਮੈ ਪਾਸ ਹੁਕਮੈ ਸਿਧਾਰੀਆਂ। ਕਹਿੰਦੇ ਉਹ ਤਾਂ ਮਾਲਕ ਪਰਮਾਤਮਾ ਦੇ ਨੇੜੇ ਹੋ ਜਾਂਦੀਆਂ ਪਏ, ਖਸਮ ਦੇ ਕੋਲ ਸੌਂਪਦੀਆਂ ਹੈ, ਹੁਕਮ ਦੇ ਨਾਲ ਉਹਦੇ ਹੁਕਮ 'ਚ ਤੁਰਦੀਆਂ ਤਾਂ ਉੱਥੇ ਪਹੁੰਚ ਜਾਂਦੀਆਂ। ਸਖੀ ਕਹਿਣ ਅਰਦਾਸ ਮਨੋ ਪਿਆਰੀਆਂ। ਸਖੀ ਕਹਿੰਦੇ ਉਹ ਤਾਂ ਮਾਲਕ ਪਰਮਾਤਮਾ ਦੀਆਂ ਸਖੀਆਂ ਬਣ ਗਈਆਂ ਪਾਏ। ਸਖੀ ਰੂਪ ਹੋ ਕੇ ਮਾਲਕ ਪਰਮਾਤਮਾ ਨੂੰ ਜਿਹੜੀ ਹੈਗੀ ਅਰਦਾਸ ਰੂਪ ਭਗਤੀ ਕਰਦੀਆਂ, ਔਰ ਮਾਲਕ ਪਰਮਾਤਮਾ ਦੇ ਨਾਲ ਉਹਨਾਂ ਦਾ ਪਿਆਰ ਹੋ ਜਾਂਦਾ ਹੈ। ਉਹਨਾਂ ਦਾ ਖਸਮ ਦੇ ਨਾਲ, ਮਾਲਕ ਪਰਮਾਤਮਾ ਦੇ ਨਾਲ ਪਿਆਰ ਹੋ ਜਾਂਦਾ ਹੈ। ਸਖੀ ਭਾਵਨਾ ਦੇ ਨਾਲ ਜਿਹੜੀ ਹੈਗੀ ਉਹ ਅੰਦਰੋਂ ਜਿਹੜੀ ਹੈਗੀ ਮਾਲਕ ਦੀ ਭਗਤੀ ਕਰਦੀਆਂ। ਬਿਨ ਨਾਮੈ ਤ੍ਰਿਗਵਾਸ ਫਿੱਟ ਸੋ ਜੀਵਿਆ। ਕਹਿੰਦੇ ਨਾਮ ਤੋਂ ਬਗੈਰ, ਬੰਦਗੀ ਤੋਂ ਬਗੈਰ ਧਿਕਾਰ ਆ ਤੇਰੇ ਦੁਨੀਆ ਦੇ ਵਿੱਚ, ਮਨੁੱਖੀ ਸਰੀਰ ਲੈ ਕੇ ਰਹਿਣ ਦੇ ਵਿੱਚ ਧਿਕਾਰ ਆ, ਫਿਟਕਾਰ ਆ ਤੇਰੇ ਜਿਉਣ ਦੇ ਉੱਤੇ ਪਾਈ। ਮਨੁੱਖੀ ਜੂਨ ਲਈ ਹੋਈ ਆ, ਔਰ ਜਿਹੜਾ ਹੈਗਾ ਖਾਲੀ ਭੋਗਾਂ ਵਿਲਾਸਾਂ 'ਚ, ਪਦਾਰਥਾਂ ਦੇ ਵਿੱਚ ਇਹ ਮਨੁੱਖੀ ਜੂਨ ਨੂੰ ਗੁਜ਼ਾਰ ਰਿਹਾ ਆ। ਕਹਿੰਦੇ ਧਿਕਾਰ ਆ ਤੇਰੇ ਜਿਉਣ ਦੇ ਉੱਤੇ, ਫਿਟੇ ਮੂੰਹ ਪਾਈ। ਬਿਨ ਨਾਮੈ ਤ੍ਰਿਗਵਾਸ ਫਿੱਟ ਸੋ ਜੀਵਿਆ। ਕਹਿੰਦੇ ਫਿਟਕਾਰ ਆ ਤੇਰੇ ਜਿਉਣ ਦੇ ਉੱਤੇ। ਸ਼ਬਦੇ ਸਵਾਰੀ ਆਸ ਅੰਮ੍ਰਿਤ ਪੀਵਿਆ। ਇੱਥੇ ਆਸ ਅਲੱਗ ਕਰਤਾ ਹੈ, ਇਹ ਸਵਾਰੀ ਆਸ ਇਕੱਠਾ ਵਰਡ ਬੋਲਣਾ ਪੈਣਾ। ਸ਼ਬਦ ਦੇ ਨਾਲ ਜਿਹੜੇ ਹੈਗੇ ਜੀਵਨ ਸਵਾਰਿਆ ਜਾਂਦਾ ਹੈ। ਸ਼ਬਦੇ ਸਵਾਰੀ ਆਸ, ਫਿਰ ਕੀ ਹੁੰਦਾ? ਅੰਮ੍ਰਿਤ ਪੀਵਿਆ। ਉਹਨਾਂ ਨੂੰ ਅੰਮ੍ਰਿਤ ਪੀਣ ਨੂੰ ਮਿਲ ਜਾਂਦਾ ਹੈ, ਅਮਰ ਹੋ ਜਾਂਦੇ ਆ, ਇਹ ਗੇਮ ਤੋਂ ਬਾਹਰ ਆ ਜਾਂਦੇ ਆ ਭਾਈ। ਧੁਰ ਦੇ ਨਾਲ, ਮਾਲਕ ਪਰਮਾਤਮਾ ਦੇ ਨਾਲ ਜਿਹੜੇ ਇਸ ਤਰੀਕੇ ਦੇ ਨਾਲ ਇਹ ਜੀਵਨ ਗੁਜ਼ਾਰਦੇ ਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ, ਬਹੁਤ ਵਧੀਆ ਜੀ। ਦੇਖੋ ਉੱਪਰ ਤੋਂ ਵਿੱਚ ਸਮਝਾਇਆ ਹੈ ਕਿ ਨਾਰੀ ਪੁਰਖ ਪਿਆਰ ਪ੍ਰੇਮ ਸਿੰਗਾਰੀਆਂ। ਹਾਂ, ਪ੍ਰੇਮ ਮੰਮੇ ਦੀ ਸਿਆਰੀ ਆ, ਪ੍ਰੇਮ ਦੇ ਨਾਲ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਪੁਰਖ ਦਾ ਮਤਲਬ ਹੁੰਦਾ ਪਿਆਰ, ਪਤੀ ਜਿਹੜਾ ਸਾਡਾ ਪੁਰਸ਼ ਹੈ, ਠੀਕ ਹੈ, ਪਰਮਾਤਮਾ। ਉਹ ਨਾਰੀ ਜਿਹੜੀ ਪਿਆਰ ਦੇ ਵਿੱਚ ਸ਼ਿੰਗਾਰੀ ਰਹਿੰਦੀ ਹੈ, ਪ੍ਰੇਮ ਦੇ ਨਾਲ। ਹਾਂ, ਜਿਹੜੀ ਪ੍ਰੇਮ ਦੇ ਨਾਲ ਸ਼ਿੰਗਾਰ ਮਾਲਕ ਨੂੰ ਪਸੰਦ ਆਉਣਾ ਹੈ, ਪ੍ਰੇਮ ਦਾ ਹੀ ਸ਼ਿੰਗਾਰ ਪਸੰਦ ਆਉਣਾ ਹੈ ਮਾਲਕ ਨੂੰ। ਜਿੰਨਾ ਮਾਲਕ ਦੇ ਨਾਲ ਪਿਆਰ ਪਾਊਗਾ, ਓਨਾ ਹੀ ਮਾਇਆ ਦੇ ਨਾਲ ਪਿਆਰ ਘਟੂਗਾ। ਹਾਂਜੀ ਵੀਰ ਜੀ। ਹਾਂਜੀ ਨਿੱਜਰ ਸਾਹਿਬ, ਜਿਹੜੀ ਨਾ ਭਗਤੀ ਦਾ ਮਤਲਬ ਹੀ ਪ੍ਰੇਮਾ ਭਗਤੀ ਹੈ। ਬਿਲਕੁਲ, ਪ੍ਰੇਮ ਪੈਦਾ ਕਰਨਾ ਹੈ, ਬਸ ਆਹੀ ਗੱਲ ਹੈ। ਪ੍ਰੇਮ ਦਾ ਮਤਲਬ, ਪ੍ਰੇਮ ਦੇ ਵਿੱਚ ਕੋਈ ਬਿਜ਼ਨਸ ਨਹੀਂ ਹੁੰਦਾ। ਉਦਾਂ ਆਪਾਂ ਜਿੰਨਾ ਵੀ ਆਪਾਂ ਕਰਦੇ ਨਾ, ਟ੍ਰੇਡ ਕਰਦੇ ਹਾਂ। ਜਿੱਦਾਂ ਆਪਾਂ ਭੈਣ ਭਰਾ ਕੋ ਗਏ, ਉਹਨੇ ਕਿਹਾ ਜੀ ਮੈਂ 500 ਸ਼ਗਨ ਪਾਇਆ, ਤੇ ਤੁਸੀਂ ਵੀ 500 ਪਾਓ। ਸੋ ਆਪਾਂ ਟ੍ਰੇਡ ਕਰਦੇ ਹਾਂ। ਮੈਨੂੰ ਉਹ ਫਲਾਣਾ ਕੱਪੜਾ ਦਿੱਤਾ ਉਹਨੇ, ਮੈਂ ਉਹਨੂੰ ਉਹੀ ਲਾਉਣਾ। ਸੋ ਇਹ ਟ੍ਰੇਡ ਆ। ਪਰ ਜਿੱਥੇ ਪਿਆਰ ਹੁੰਦਾ ਉੱਥੇ ਟ੍ਰੇਡ ਨਹੀਂ ਹੁੰਦਾ, ਉੱਥੇ ਪਿਆਰ ਹੁੰਦਾ। ਅਗਲਾ ਕੀ ਕਰਦਾ ਹੈ, ਡਜ਼ਨਟ ਮੈਟਰ।
ਪਰ ਜਿੱਥੇ ਮੈਟਰ ਹੋ ਗਿਆ ਉਹ ਪਿਆਰ ਨਹੀਂ ਹੈਗਾ, ਉਹ ਇੱਕ ਕਮਰਸ਼ੀਅਲ ਰਿਸ਼ਤਾ ਹੈਗਾ। ਠੀਕ ਹੈ ਜੀ। ਤੁਸੀਂ ਬਾਜ਼ਾਰ ਗਏ, ਗਰੋਸਰੀ ਦਾ ਸਮਾਨ ਲਿਆ, $500 ਬਣਿਆ, $100 ਬਣਿਆ, ਤੁਸੀਂ ਬਿੱਲ ਪੇ ਕਰਤਾ, ਉਹਨੇ ਤੁਹਾਨੂੰ ਸਮਾਨ ਦੇ ਦਿੱਤਾ, ਨਾ ਤੁਹਾਡਾ ਉਹ ਤੇ ਅਹਿਸਾਨ, ਨਾ ਉਹਦਾ ਤੁਹਾਡੇ ਤੇ ਅਹਿਸਾਨ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ। ਪਿਆਰ ਦਾ ਮਤਲਬ ਨੋ ਟ੍ਰੇਡ। ਠੀਕ ਹੈ ਜੀ। ਅਗਲੀ ਤੁਕ ਬੋਲੋ। ਕਰਨੀ ਭਗਤੀ। ਕਰਨ ਭਗਤ ਦਿਨ ਰਾਤ ਨਾ ਰਹਿਣੀ ਵਾਰੀਆਂ। ਕਹਿੰਦੇ ਦਿਨ ਰਾਤ ਭਗਤੀ ਕਰਦੀਆਂ, ਵਾਰੀਆਂ ਨਹੀਂ ਜਾਂਦੀਆਂ। ਕੋਈ ਜਿੰਨਾ ਮਰਜ਼ੀ ਉਹਨਾਂ ਨੂੰ ਵਰਜਿਤ ਕਰ ਦੇ, ਨਹੀਂ ਉਹ ਇਸ ਕੰਮ ਤੋਂ ਨਹੀਂ ਹਟਦੀਆਂ ਭਾਈ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਸੰਸਾਰ ਦੇ ਵਿੱਚ ਜੇਕਰ ਉਹਨਾਂ ਨੂੰ ਕੋਈ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਆਪਣੇ ਧਰਮ ਦਾ ਰਸਤੇ ਦਾ ਤਿਆਗ ਨਹੀਂ ਕਰਦੇ। ਐਸੇ ਲੋਕ ਬਿਲਕੁਲ ਜਿਹੜੇ ਪਿਆਰ ਦੇ ਵਿੱਚ ਸ਼ਿੰਗਾਰੇ ਨੇ, ਜਿਨ੍ਹਾਂ ਦਾ ਜੀਵਨ ਹੀ ਪਰਮਾਤਮਾ ਹੈ, ਜਿਨ੍ਹਾਂ ਦਾ ਜੀਵਨ ਹੀ ਸੱਚ ਆ ਔਰ ਸੱਚ ਤੇ ਆਪਣਾ ਜੀਵਨ ਬਤੀਤ ਕਰਦੇ ਨੇ। ਤੇ ਜਿਹੜੇ ਬੰਦੇ ਇੱਧਰ ਉੱਧਰ ਧੱਕੇ ਖਾਂਦੇ ਫਿਰਦੇ ਆ, ਉਹ ਪਿਆਰ ਦੇ ਵਿੱਚ ਕੋਈ ਸ਼ਿੰਗਾਰੇ ਨਹੀਂ ਆ, ਉਹ ਮਾਇਆ ਦੇ ਰੂਪ ਵਿੱਚ ਸ਼ਿੰਗਾਰੇ ਹੋਏ ਨੇ। ਠੀਕ ਹੈ ਨਾ ਜੋ ਸਾਹਿਬ? ਹਾਂਜੀ। ਮਹਿਲਾ ਮੰਝ ਨਿਵਾਸ, ਕਹਿੰਦੇ ਉਹਨਾਂ ਦਾ ਨਿਵਾਸ ਜਿਹੜਾ ਹੈਗਾ। ਹੁਣ ਪਰ ਇਹ ਮਹਿਲ ਕਿੱਥੇ ਹੈ? ਮਹਿਲ ਕਿਹਨੂੰ ਕਹਿੰਦੀ ਹੈ ਬਾਣੀ? ਮਹਿਲ ਤਾਂ ਆਪਣੇ ਅੰਦਰ ਹੈ ਭਾਈ। ਆਪਣੀ ਆਤਮਾ ਜਿਹੜੀ ਹੈ ਮਹਿਲ ਦੇ ਵਿੱਚ ਬੈਠੀ ਹੋਈ ਹੈ। ਆਤਮਾ ਦੇ ਵਿੱਚ ਨਿਵਾਸ ਕਰਨਾ ਹੈ ਆਪਾਂ ਨੇ। ਮਹਿਲਾ ਮੰਝ ਨਿਵਾਸ ਸ਼ਬਦੇ ਸਵਾਰੀਆਂ, ਸ਼ਬਦ ਦੇ ਨਾਲ ਜਿਹੜੀਆਂ ਸਵਾਰੀਆਂ ਜਾਂਦੀਆਂ, ਉਹਨਾਂ ਦਾ ਨਿਵਾਸ ਆਤਮਾ ਦੇ ਵਿੱਚ ਹੋ ਜਾਂਦਾ ਹੈ। ਹਾਂਜੀ ਬੇਟੀ। ਸਹੀ ਹੈ ਜੀ। ਉਹ ਜਿਹੜੇ ਲੋਕ ਜਿਹੜੇ ਆਤਮ ਗਿਆਨ ਪ੍ਰਾਪਤ ਕਰਕੇ ਆਪਣੀ ਆਤਮਾ 'ਚ ਸੁਰਤੀ ਨੂੰ ਵਿਸ਼ਰਾਮ ਕਰ ਦਿੰਦੇ ਨੇ, ਉਹ ਸ਼ਿੰਗਾਰੇ ਜਾਂਦੇ ਨੇ। ਜਿਹੜੀ ਚੀਜ਼ ਨਾਲ ਉਹਨਾਂ ਨੂੰ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਅਡੋਲ ਅਵਸਥਾ ਕਹਿ ਲਓ, ਇੱਕ ਕੀ ਕਹਿੰਦੇ ਨੂੰ ਅਖੰਡ ਅਵਸਥਾ ਕਹਿ ਲਓ, ਜਿਹੜੀ ਨਹੀਂ ਟੁੱਟਦੀ। ਮਹਿਲ ਦਾ ਮਤਲਬ ਹੀ ਇੱਥੇ ਆਤਮਾ ਹੈ। ਬਿਲਕੁਲ। ਕੋਈ ਕੋਈ ਘਰ ਘੁਰ ਦੀ ਗੱਲ ਨਹੀਂ ਕੀਤੀ, ਕਿਹਾ ਸੰਸਾਰੀ ਮਹਿਲ ਦੀ ਗੱਲ। ਇਹ ਤੇ ਫਿਰ ਵਾਧੂ ਮਹਿਲ ਹੈਗੇ ਆ ਤੇ ਆਪਾਂ ਉੱਥੇ ਜਾ ਕੇ ਰਹਿ ਸਕਦੇ ਹਾਂ, ਪਰ ਨਹੀਂ, ਇਹ ਆਤਮਿਕ ਮਹਿਲ ਦੀ ਗੱਲ ਕੀਤੀ ਹੈ। ਤੇ ਉਹ ਜਿਹੜੇ ਆ ਉਹ ਉੱਥੇ ਰਹਿੰਦੇ ਨੇ। ਉਹ ਇਨਸਾਨ ਜਿਹੜੇ ਪ੍ਰਮਾਤਮਾ ਦੀ ਭਗਤੀ ਕਰਦੇ ਆ, ਉਹ ਜਿਹੜੇ ਪ੍ਰਮਾਤਮਾ ਨੂੰ ਅੱਗੇ ਰੱਖ ਕੇ ਆਪਣਾ ਜੀਵਨ ਬਤੀਤ ਕਰਦੇ ਆ। ਹਾਂਜੀ ਨਜਰ ਸਾਹਿਬ। ਬਿਲਕੁਲ ਇਹੀ ਗੱਲ ਅੱਗੇ ਕਹਿ ਰਹੇ ਮਹਾਰਾਜ। ਸੱਚ ਕਹਿਣ ਅਰਦਾਸ। ਸੱਚ ਕੀ ਹੈ? ਪਰਮਾਤਮਾ, ਉਹਦੀ ਭਗਤੀ। ਅਰਦਾਸ ਕਿਉਂ? ਬੇਨਤੀ ਰੂਪ ਹੋ ਕੇ ਕਰਨੀ ਆਪਾਂ ਨੇ ਹਉਮੈ ਦੇ ਨਾਲ ਨਹੀਂ ਕਰਨੀ। ਸੱਚ ਕਹਿਣ ਅਰਦਾਸ ਸੇ ਵਿਚਾਰੀਆਂ ਜਿਹੜਾ ਕੀ ਹੁੰਦਾ? ਵਿਚਾਰਵਾਨ। ਕਿਉਂਕਿ ਇਹ ਜਿਹੜੀ ਹੈ ਰਾਇਮ ਹੈ ਤੇ ਉਹ ਵਿਚਾਰਵਾਨ ਹੈਗੀਆਂ ਤੇ ਉਹ ਸੱਚ ਪਰਮਾਤਮਾ ਦੀ ਭਗਤੀ ਜਿਹੜੀ ਹੈਗੀ ਆ ਉਹ ਬੇਨਤੀ ਰੂਪ ਹੋ ਕੇ ਕਰਦੀਆਂ। ਹਾਂਜੀ ਵੀਰ ਜੀ। ਠੀਕ ਹੈ ਜੀ। ਪਰਮਾਤਮਾ ਦੀ ਭਗਤੀ ਆ ਉਹ ਨਿਮਰਤਾ ਦੇ ਵਿੱਚ ਰਹਿ ਕੇ ਕਰਦੀਆਂ। ਹਾਂ। ਵਿਚਾਰੀਆਂ ਦਾ ਮਤਲਬ ਵਿਚਾਰਵਾਨ। ਬਿਲਕੁਲ। ਹਾਂ। ਔਰ ਇਹ ਨਹੀਂ ਕਿ ਅੱਖਾਂ ਬੰਦ ਕਰਕੇ ਜਿੱਧਰ ਮਰਜੀ ਤੁਰ ਪਏ ਨਾ। ਉਹ ਸੱਚ ਨੂੰ ਕਹਿੰਦੀਆਂ ਨੇ, ਪਹਿਲੀ ਗੱਲ ਸੱਚ ਬੋਲਦੀਆਂ ਨੇ। ਠੀਕ ਹੈ। ਅਰਦਾਸ ਸੇ ਵਿਚਾਰੀਆਂ, ਉਹ ਫਿਰ ਉਹ ਵਿਚਾਰ ਵੀ ਕਰਦੀਆਂ। ਬਾਣੀ ਵੀ ਕਹਿੰਦੀ ਹੈ ਕਿ ਗਿਆਨ ਵੀ ਲੈਣਾ ਹੈ ਤੇ ਵਿਚਾਰ ਕਰਕੇ ਲੈਣਾ ਹੈ, ਕਿਉਂਕਿ ਤੇਰੇ ਅੰਦਰ ਸੈਂਸ ਹੈਗੀ ਆ ਔਰ ਤੈਨੂੰ ਪਤਾ ਵੀ ਹੈ ਕਿਹੜਾ ਗਿਆਨ ਸਹੀ ਤੇ ਕਿਹੜਾ ਗਲਤ ਆ। ਜਿਹੜਾ ਗਲਤ ਆ ਤੇਰੀ ਬੁੱਧੀ ਕਹਿੰਦੀ ਆ ਉਹਦਾ ਤਿਆਗ ਕਰਦੀ। ਅਗਲੇ ਬੰਨੇ ਚਲੋ ਨਹੀਂ ਜੈਸਾ ਸੋਹਣੀਆਂ ਖਸਮੇ ਪਾਸ ਸੋਹਨ ਖਸਮੇ ਪਾਸ ਹੁਕਮੇ ਸਿਧਾਰੀਆਂ। ਕਹਿੰਦੇ ਕਿਸ ਤਰ੍ਹਾਂ ਕਹਿੰਦੇ ਹੁਕਮ ਦੇ ਵਿੱਚ ਤੁਰ ਕੇ ਉਹ ਤਾਂ ਆਤਮਾ ਤੱਕ ਪਹੁੰਚ ਗਈਆਂ ਹੈ ਭਾਈ। ਉਹ ਮਾਲਕ ਪਰਮਾਤਮਾ ਦੇ ਨਾਲ, ਆਤਮਾ ਦੇ ਨਾਲ ਉੱਥੇ ਸੁਭਾਇਮਾਨ ਹੈਗੀਆਂ, ਸੋਹਣੀਆਂ ਹੋ ਗਈਆਂ, ਉਹ ਸੁਭਾਇਮਾਨ ਹੈਗੀਆਂ। ਉਹਨਾਂ ਦਾ ਜੀਵਨ ਜਿਹੜਾ ਹੈਗਾ ਉਹ ਤਾਂ ਲਿਸ਼ਕਾਰੇ ਮਾਰ ਰਿਹਾ ਹੈ। ਸੋਹਣੇ ਖਸਮੇ ਪਾਸ ਹੁਕਮੇ ਸਿਧਾਰੀਆਂ, ਸਖੀ ਕਹਿਣ ਅਰਦਾਸ ਮਨੋ ਪਿਆਰੀਆਂ। ਕਹਿੰਦੇ ਉਹ ਤਾਂ ਬਿਲਕੁਲ ਮਾਲਕ ਪਰਮਾਤਮਾ ਨੂੰ ਉਹਦਾ ਆਪਣਾ ਸਾਥੀ, ਅਸਲੀ ਸਾਥੀ ਮਾਲਕ ਪਰਮਾਤਮਾ ਹੈਗਾ ਭਾਈ। ਉਹ ਮਾਂ ਪਿਓ ਭੈਣ ਭਰਾ ਜੋ ਵੀ ਪਤੀ ਪਤਨੀ ਸਾਰੇ ਰਿਸ਼ਤੇ ਮਾਲਕ ਦੇ ਨਾਲ ਫਿੱਟ ਬੈਠਦੇ ਆ ਭਾਈ। ਅਸਲੀ ਸਾਥੀ ਉਹ ਹੈ। ਕਹਿੰਦੇ ਉਹਦੀਆਂ ਸਖੀਆਂ ਹੋ ਕੇ ਉਹਦੇ ਸਾਥੀ ਹੋ ਕੇ ਮਾਲਕ ਨੂੰ ਬੰਦਗੀ ਕਰਦੀਆਂ, ਬੇਨਤੀ ਰੂਪ ਹੋ ਕੇ ਮਨੋਂ ਪਿਆਰੀਆਂ, ਮਨ ਦੇ ਨਾਲ ਉਹ ਮਾਲਕ ਪਰਮਾਤਮਾ ਨੂੰ ਵੀ ਪਿਆਰੀਆਂ ਹੋ ਜਾਂਦੀਆਂ ਭਾਈ। ਮਾਲਕ ਵੀ ਪਿਆਰਾ ਹੋ ਜਾਂਦਾ ਉਹਨਾਂ ਨੂੰ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਉਹ ਪਰਮਾਤਮਾ ਨੂੰ ਪਿਆਰੀਆਂ ਲੱਗਣ ਲੱਗ ਜਾਂਦੀਆਂ ਨੇ ਕਿਉਂਕਿ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਪੁਰਸ਼ ਨੂੰ ਸਾਹਮਣੇ ਰੱਖਿਆ ਉਹਨਾਂ ਨੇ, ਪਰਮਾਤਮਾ ਨੂੰ। ਉਹ ਮਨਮੁਖ ਨਹੀਂ ਆ, ਉਹ ਗੁਰਮੁਖ ਨੇ। ਕੋਈ ਵੀ ਕੰਮ ਕਰਦੇ ਨੇ ਪਹਿਲਾਂ ਪਰਮਾਤਮਾ ਕੋਲ ਲੈ ਕੇ ਜਾਂਦੇ ਨੇ ਕਿ ਇਹ ਜਿਹੜਾ ਕੰਮ ਆ, ਇਸ ਤੇਰਾ ਜਿਹੜਾ ਤਰਾਜੂ ਹੈ, ਧਰਮ ਦਾ ਤਰਾਜੂ, ਉਹ ਕੀ ਕਹਿੰਦਾ ਹੈ। ਕੋਈ ਇੱਥੇ ਬੈਠਾ ਨਹੀਂ ਹੈ ਤੁਹਾਨੂੰ ਵੇਖਣ ਵਾਸਤੇ, ਕਿਉਂਕਿ ਪਰਮਾਤਮਾ ਥੋੜੀ ਬੈਠਾ ਕੋਈ ਵੇਖਣ ਵਾਸਤੇ।
ਪਰ ਸਾਨੂੰ ਪਤਾ ਵੀ ਹੈ ਕੀ ਸਹੀ ਤੇ ਕੀ ਗਲਤ ਆ। ਪਰ ਉੱਥੇ ਜਿਹੜਾ ਸਾਡਾ ਕਦਮ ਆ, ਪਹਿਲਾਂ ਸੱਜਾ ਹੀ ਚੁੱਕਾ ਜਾਵੇਗਾ, ਖੱਬਾ ਨਹੀਂ ਚੁੱਕਾਂਗੇ, ਲੈਫਟ ਨਹੀਂ। ਜੋ ਸਹੀ ਹੈ, ਜੋ ਰਾਈਟ ਹੈ, ਅਸੀਂ ਉਹ ਕਰਾਂਗੇ। ਗੱਲ ਸਹੀ ਆ ਤੇ ਉਹ ਫਿਰ ਪ੍ਰਮਾਤਮਾ ਨੂੰ ਪਿਆਰੀਆਂ ਲੱਗਦੀਆਂ ਨੇ, ਚੰਗੀਆਂ ਲੱਗਦੀਆਂ ਨੇ। ਨੈਚੁਰਲੀ ਤੁਹਾਡਾ ਕੋਈ ਕਹਿਣਾ ਮੰਨੇ, ਉਹ ਤੁਹਾਡਾ ਕੋਈ ਦੁਸ਼ਮਣ ਥੋੜੀ ਹੋਊਗਾ, ਉਹ ਤੁਹਾਡਾ ਬੜਾ ਕਰੀਬੀ ਹੋਊਗਾ। ਭਾਵੇਂ ਤੁਹਾਡੇ 4 ਬੱਚੇ 5 ਬੱਚੇ ਆ, ਜਿਹੜਾ ਬੱਚਾ ਤੁਹਾਡਾ ਹੁਕਮ ਮੰਨਦੇ ਆ ਨਿੱਜਾ ਸਾਹਿਬ, ਉਹੀ ਤੁਹਾਨੂੰ ਚੰਗਾ ਲੱਗੂਗਾ, ਸਾਰੇ ਥੋੜੀ ਚੰਗੇ ਲੱਗਣੇ। ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ। ਤੇ ਪ੍ਰਮਾਤਮਾ ਲਈ ਕੋਈ ਵੱਖਰਾ ਵਾ, ਪ੍ਰਮਾਤਮਾ ਹੀ ਸਾਡਾ ਪਿਓ ਹੈ, ਲੌਜਿਕ ਉਹਦਾ ਵੀ ਏਦਾਂ ਦਾ ਹੀ। ਹਾਂਜੀ ਨਿੱਜਾ ਸਾਹਿਬ, ਅੱਗੇ ਚੱਲੀਏ। ਗੋਦ ਤਾਂ ਉਹਨੇ ਹੀ ਲੈਣੀ ਆ, ਮਾਂ ਬਾਪੂ ਦੀ ਗੋਦੀ 'ਚ ਤਾਂ ਉਹਨੇ ਹੀ ਬੈਠਣਾ ਜਾ ਕੇ, ਗਲ ਦੇ ਨਾਲ ਤਾਂ ਉਹਨੇ ਹੀ ਚਿੰਬੜਨਾ ਹੈਗਾ। ਸਹੀ ਹੈ, ਸਹੀ ਹੈ, ਬਿਲਕੁਲ ਸਹੀ ਹੈ, ਬਿਲਕੁਲ। ਹਾਂ, ਤੇ ਅੱਗੇ ਕਹਿ ਰਿਹਾ ਭਾਈ ਦੇਖ, ਬਿਨ ਨਾਮੇ ਤ੍ਰਿਗਵਾਸ ਫਿੱਟ ਸੋ ਜੀਵਿਆ। ਕਹਿੰਦੇ ਨਾਮ ਤੋਂ ਬਗੈਰ, ਭਗਤੀ ਤੋਂ ਬਗੈਰ, ਬੰਦਗੀ ਤੋਂ ਬਗੈਰ, ਸੱਚ ਤੋਂ ਬਗੈਰ ਤੇਰਾ ਜੀਵਨ ਦਾ ਮਨੋਰਥ ਕੀ ਹੈਗਾ ਪਿਆਰਿਆ? ਤੈਨੂੰ ਮਿਲਣਾ ਕੀ ਹੈਗਾ? ਤੂੰ ਦੱਸ, ਅੱਜ ਜੇ ਹੁਣ ਜਾਣਾ ਪੈ ਜੇ ਤੇ ਤੇਰੇ ਪੱਲੇ ਕੀ ਹੈਗਾ ਪਿਆਰਿਆ? ਦੱਸ ਦੇ। ਤੂੰ ਉੱਥੇ ਧਰਮਰਾਜ ਨੂੰ ਕੀ ਮੂੰਹ ਦਿਖਾਏਂਗਾ? ਕਿਉਂਕਿ ਜੀਵਨ ਮਿਲਣਾ ਆ ਅੱਗੇ, ਜਿਹੜੀ ਉਹ ਤੇਰੀ ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਇਆ ਆਏ। ਤੂੰ ਕੀ ਬੀਜਿਆ ਹੈ? ਦੱਸ ਦੇ ਭਾਈ, ਤੇਰੇ ਪੱਲੇ ਕੀ ਹੈ? ਤੇਰੀ ਫਸਲ ਕੀ ਹੈ? ਤੇਰਾ ਬੋਲ ਕਿੱਥੇ ਹੈਗਾ? ਦੱਸ ਤਾਂ ਸਹੀ ਨਾ, ਹੈ ਕੀ ਤੇਰੇ ਕੋਲ? ਕਹਿੰਦੇ ਕੁਛ ਵੀ ਨਹੀਂ ਹੈ ਭਾਈ। ਫਿਰ ਤਾਂ ਧਿਕਾਰ ਆ ਤੇਰੇ ਜਿਉਣ ਦੇ ਉੱਤੇ, ਮਨੁੱਖ ਹੋਣ ਦੇ। ਤੈਨੂੰ ਬੁੱਧੀ ਦਿੱਤੀ, ਤੈਨੂੰ ਜਿਹੜਾ ਹੈਗਾ ਇਹ ਜਿਹੜੀ ਹੈਗੀ ਸਪਿਰਚੁਅਲ ਜਿਹੜੀ ਹੈਗੀ ਤੇਰੇ ਅੰਦਰ ਡਾਇਮੈਂਸ਼ਨ ਦਿੱਤਾ ਆ। ਤੂੰ ਆਪਣੀ ਆਤਮਾ ਨੂੰ ਦੇਖ ਸਕਦਾ ਹੈ, ਪਰਮਾਤਮਾ ਨੂੰ ਦੇਖ ਸਕਦਾ ਹੈ। ਤੂੰ ਤਾਂ ਕੱਖ ਵੀ ਨਹੀਂ ਕੀਤਾ। ਬਿਨ ਨਾਮੇ ਤ੍ਰਿਗਵਾਸ ਫਿੱਟ ਸੋ ਜੀਵਿਆ। ਫਿਟਕਾਰਿਆ ਤੇਰੇ ਐਸੇ ਜੀਣ ਦੇ ਉੱਤੇ, ਐਸੀ ਮਨੁੱਖੀ ਜੂਨ ਪਾ ਕੇ ਵੇਸਟ ਕਰਨ ਦੇ ਉੱਤੇ। ਫਿਰ ਤਾਂ ਤੂੰ ਜਿਹੜਾ ਹੈਗਾ ਕੁੱਤਾ ਬਿੱਲਾ ਜਿਹੜਾ ਹੋਰ ਜੂਨਾਂ ਦੇ ਵਿੱਚ ਰਹਿੰਦਾ, ਤੇ ਤਾਂ ਵੀ ਆਹ ਕਾਮ ਦਾ ਸਵਾਦ, ਜਿਹੜੇ ਦੁਨੀਆ ਖਾਣ ਦੇ ਸਵਾਦ, ਸਾਰਾ ਕੁਛ ਹੈਗਾ ਉਹਨਾਂ ਦੇ, ਜੀਭ ਜੂਬ ਸਭ ਕੁਛ ਹੈਗੀ ਆ। ਉਹ ਤਾਂ ਖੁਸ਼ ਰਹਿੰਦੇ ਆ, ਇਨਸਾਨ ਤੋਂ ਜ਼ਿਆਦਾ ਖੁਸ਼ ਰਹਿੰਦੇ ਆ ਭਾਈ। ਸ਼ਬਦੇ ਸਵਾਰੀ ਆਸ ਅੰਮ੍ਰਿਤ ਪੀਵਿਆ। ਜਿਨ੍ਹਾਂ ਨੇ ਸ਼ਬਦ ਦੇ ਨਾਲ, ਧਿਆਨ ਸਿਮਰਨ ਦੇ ਨਾਲ, ਭਗਤੀ ਦੇ ਨਾਲ ਆਪਣੇ ਜੀਵਨ ਨੂੰ ਸਵਾਰ ਲਿਆ, ਉਹ ਫਿਰ ਕਹਿੰਦੇ ਉਹਨਾਂ ਨੇ ਤਾਂ ਅਮਰ ਹੋ ਗਏ। ਉਹ ਤਾਂ ਉਹਨਾਂ ਨੇ ਤਾਂ ਅੰਮ੍ਰਿਤ ਮਿਲ ਗਿਆ ਉਹਨਾਂ ਨੂੰ। ਉਹ ਨਹੀਂ ਆਉਂਦੇ ਹੁਣ ਜੂਨਾਂ ਦੇ ਵਿੱਚ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਜਿਹੜੇ ਆਪਣਾ ਜੀਵਨ ਸਵਾਰ ਲੈਂਦੇ ਆ, ਅੰਮ੍ਰਿਤ ਪੀ ਲੈਂਦੇ ਆ, ਉਹਨਾਂ ਦਾ ਜੀਵਨ ਸਵਾਰਿਆ ਜਾਣਾ। ਬਾਕੀ ਜਿਹੜੇ ਆਪ ਤੇ ਵੇਖੋ, ਜਿਹੜੇ ਉਹ ਅੰਮ੍ਰਿਤ ਨਹੀਂ ਪੀਂਦੇ, ਉਹ ਕਹਿੰਦੇ ਉਹਨਾਂ ਦਾ ਜੀਵਨ ਜਿਹੜੀ ਆ ਉਹ ਤ੍ਰਿਗ ਹੈ। ਬਿਲਕੁਲ, ਹਾਂ, ਬਹੁਤ ਮਾੜੀ ਚੀਜ਼। ਠੀਕ ਹੈ। ਅੱਛਾ ਸਾਧ ਸੰਗਤ ਜੀ, ਏਦਾਂ ਕਿ ਅੱਜ ਦੀ ਵਿਚਾਰ ਇੱਥੇ ਸਮਾਪਤ ਹੁੰਦੀ ਹੈ। ਠੀਕ ਹੈ ਨਿਜਰ ਸਾਹਿਬ? ਬਿਲਕੁਲ ਜੀ, ਬਿਲਕੁਲ ਠੀਕ ਹੈ ਜੀ। ਅੱਛਾ, ਏਦਾਂ ਕਿ ਸਾਧ ਸੰਗਤ ਜੀ, ਮੈਂ ਤੁਹਾਡੇ ਨਾਲ ਨਾ ਵਿਚਾਰ ਸਾਂਝੇ ਕਰਨੇ ਸੀ। ਉਹ ਜਿਹੜਾ ਤੁਸੀਂ ਮੈਨੂੰ ਦਾਨ ਭੇਜਿਆ ਸੀ, ਉਹ ਕੁੜੀ ਦਾ ਤੇ ਕੇਸ ਏਦਾਂ ਵਾ ਕਿ ਉਹਨੂੰ ਟਾਈਮ ਲੱਗਣਾ, ਇੱਕਦਮ ਉਹਦਾ ਇਲਾਜ ਨਹੀਂ ਹੋ ਸਕਦਾ। ਕਿਉਂਕਿ ਤੁਹਾਨੂੰ ਪਤਾ, ਉਹ ਮੈਨੂੰ ਬਾਅਦ ਚ ਪਤਾ ਲੱਗਾ ਉਹਨੂੰ ਹੈਗਾ ਕਿਲੋਇਡ। ਠੀਕ ਹੈ। ਇਸ ਕਰਕੇ ਉਹ ਸਲੋਲੀ ਠੀਕ ਹੋਣੀ। ਤੇ ਉਹ ਜਿਹੜੇ ਪੈਸੇ ਤੁਹਾਡੇ ਮੇਰੇ ਕੋਲ ਪਏ ਸੀ, ਏਦਾਂ ਸੀ ਕਿ ਅੱਜ ਇੱਕ ਬੰਦਾ ਜ਼ਰੂਰਤਮੰਦ ਆਇਆ ਮੇਰੇ ਕੋਲ। ਐਕਚੁਅਲੀ ਮੈਨੂੰ ਜਾਣਦਾ ਉਹ, ਠੀਕ ਹੈ। ਉਹਨੇ ਕਿਤੇ ਮੇਰੇ ਤੋਂ ਪੈਸੇ ਨਹੀਂ ਮੰਗੇ, ਬੰਦਾ ਬਹੁਤ ਅਣਖੀ ਆ, ਅਸੀਂ ਇਕੱਠੇ ਵੱਡੇ ਹੋਏ। ਤੇ ਉਹਨੂੰ ਲੋੜ ਪੈ ਗਈ ਆ ਕੁਛ ਪੈਸਿਆਂ ਦੀ। ਉਹਦੇ ਵਿੱਚੋਂ ਉਹਦੀ ਪੈਰ ਚ ਨਾ ਉਹਨੂੰ ਸ਼ੂਗਰ ਹੋ ਗਈ ਹੈ। ਤੇ ਉਹਦੇ ਕਰਕੇ ਉਹਨੇ ਥੋੜਾ ਜਿਹਾ ਪੈਰ ਉਹਦਾ ਖਰਾਬ ਸੀ, ਤੇ ਹੁਣ ਉਹ ਚੀਜ਼ ਉਹਦੀ ਅੱਖਾਂ 'ਚ ਚਲ ਗਈ ਹੈ। ਤੇ ਚਲੋ ਉਹਦੇ ਤੁਹਾਡੇ ਪੈਸਿਆਂ ਚੋਂ ਮੈਂ ਉਹਨੂੰ ਪੈਸੇ ਦੇ ਦਿੱਤੇ। ਠੀਕ ਹੈ। ਉਹਨੂੰ ਪੈਸੇ ਮੈਂ ਦਿੱਤੇ। ਫਿਰ ਉਹਨੂੰ ਮੈਂ ਇਹ ਦੱਸਿਆ ਕਿ ਦੇਖੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੀਵਨ ਕਿੰਨਾ ਪਿਓਰਿਟੀ ਮੰਗਦਾ ਹੈ। ਗੱਲਾਂ ਐਵੇਂ ਨਹੀਂ ਗੱਲਾਂ ਬਣ ਜਾਂਦੀਆਂ। ਇਹ ਤੁਹਾਡੇ ਨਾਲ ਮੈਂ ਤਾਂ ਸ਼ੇਅਰ ਕਰਦਾ ਕਿ ਤੁਹਾਨੂੰ ਪਤਾ ਲੱਗੇ ਕਿ ਚੱਲਣਾ ਕਿੱਥੇ ਹੈ। ਫਿਰ ਉਸ ਬੰਦੇ ਨਾਲ ਮੈਂ ਗੱਲ ਕੀਤੀ, ਉਹਦੀ ਘਰ ਦੀ ਆਈ ਪੈਸੇ ਲੈਣ। ਠੀਕ ਹੈ। ਪੈਸੇ ਦੇਤੇ ਉਹਨੂੰ। ਫਿਰ ਉਹਨੂੰ ਮੈਂ ਬੰਦੇ ਨੂੰ ਦੱਸਿਆ ਕਿ ਇਹ ਤੂੰ ਮੇਰੇ ਕੋਲ ਆਇਆ ਵਾ ਸੱਜਣ ਦੇ ਤੌਰ ਤੇ, ਮੈਂ ਤੇਰਾ ਦੋਸਤ ਆ, ਪਰ ਮੇਰੇ ਕੋਲ ਪੈਸੇ ਨਹੀਂ ਹੈਗੇ। ਪਰ ਜਿਹੜੇ ਮੇਰੇ ਕੋਲ ਪੈਸੇ ਆ ਨਾ, ਜਿਹੜੇ ਤੇਰੀ ਮੈਂ ਮਦਦ ਕਰਨ ਵਾਸਤੇ ਦੇ ਰਿਹਾ, ਉਹ ਮੇਰੇ ਨਹੀਂ ਆ। ਜੈ ਸਾਹਿਬ, ਉਹ ਕਿਹੜਾ ਵੇਖਣ ਦਿਆ, ਮੈਂ ਕਹਿਤਾ ਕਿ ਮੇਰੇ ਆ। ਪਰ ਆਪ ਪਲੀਜ਼ ਸਮਝਣ ਦੀ ਕੋਸ਼ਿਸ਼ ਕਰੋ ਕਿ ਆਤਮਾ ਕਿੰਨੀ ਉੱਚੀ ਉਡਾਨ ਰੱਖਦੀ ਆ। ਉਸ ਬੰਦੇ ਨੂੰ ਇਹ ਦੱਸਿਆ ਕਿ ਇਹ ਪੈਸੇ ਮੇਰੇ ਨਹੀਂ ਆ। ਹਾਂ, ਪੈਸੇ ਤੈਨੂੰ ਦੇ ਰਿਹਾ, ਤੂੰ ਆਪਣਾ ਇਲਾਜ ਕਰਾਓ। ਤੁਸੀਂ ਉਹ ਪੈਸੇ ਦਿੱਤੇ ਸੀ ਮੈਨੂੰ। ਠੀਕ ਹੈ। ਉਹ ਮੈਨੂੰ ਪਤਾ ਉਹ ਪੈਸੇ ਕਿੱਧਰ ਜਾਣੇ ਆ, ਤੇ ਉਹ ਸਹੀ ਜਗ੍ਹਾ ਜਾਣਗੇ। ਔਰ ਉਸ ਬੰਦੇ ਨੂੰ ਮੈਂ ਦੱਸਿਆ ਕਿ ਇਹ ਪੈਸੇ ਮੇਰੇ ਨਹੀਂ ਹੈ, ਪਰ ਇਹ ਪੈਸੇ ਨੇਕ ਕੰਮ ਕਰਨ ਵਾਸਤੇ ਮਿਲੇ। ਠੀਕ ਹੈ ਸਾਧ ਸੰਗਤ ਜੀ, ਬਹੁਤ ਵਧੀਆ ਗੋਲਕੀ ਸਾਹਿਬ। ਕੋਈ ਪ੍ਰੋਬਲਮ ਨਹੀਂ ਹੈ ਵੀਰ ਜੀ। ਜਿੱਥੇ ਵੀ ਦੇਖੋ ਨਾ, ਜਿੱਥੇ ਬੇਨਤੀ ਕਰ ਸਕਦਾ ਜੀ? ਹਾਂਜੀ ਬੋਲੋ। ਹਾਂਜੀ ਬੋਲੋ। ਇਹ ਜਿਹੜੀ ਬਿਮਾਰੀ ਤੁਸੀਂ ਦੱਸੀ ਨਾ ਜੀ, ਇਹ ਮੈਨੂੰ ਖੁਦ ਨੂੰ ਵੀ ਹੋਈ ਸੀ ਜੀ। ਤੇ ਇਹਦਾ ਨਾ ਓਜੋਮੇਟ ਗੋਲੀ ਹੈ ਜੀ ਨਾਂ ਦੀ, ਜਿਹੜੀ ਸ਼ੂਗਰ ਦੇ ਬਹੁਤ ਜਲਦੀ ਕੰਟਰੋਲ ਕਰਦੀ ਹੈ ਜੀ।
ਤੇ ਅੱਛਾ। ਉਹ ਇਹ ਲੈ ਕੇ ਦਵਾਈ ਖਾਣ ਜੀ। ਦੂਸਰਾ ਪੈਰ ਜਿਹੜਾ ਹੈਗਾ ਸੀਗਾ, ਮੈਂ ਆਸੇ ਪਾਸੇ ਬਹੁਤ ਪਹਿਲਾਂ ਇਲਾਜ ਕਰਾਇਆ ਸੀਗਾ, ਉਹ ਮੈਨੂੰ ਕੱਟਣ ਨੂੰ ਕਹਿ ਰਹੇ ਸੀਗੇ ਜੀ, ਪਰ ਮੈਂ ਵਿਗ ਹਸਪੀਟਲ ਤੋਂ ਕਰਾਇਆ। ਮੋਹਾਣਾ ਜਾਂ ਮੋਰ ਨੇ ਅਗਲੇ ਪਾਸੇ ਉਹਨਾਂ ਨੇ ਜਿੱਦਾਂ ਨਾ ਨੌਂ ਜਿੰਨਾ ਸੀਗਾ, ਪਹਿਲਾਂ ਨੌਂ ਦੱਸ ਗਿਆ ਸੀਗਾ ਮੇਰਾ ਜੀ, ਉਹਨਾਂ ਨੇ ਸਾਫ਼ ਕਰ ਦਿੱਤਾ ਹੈਗਾ ਜੀ, ਤੇ ਮੈਂ ਬਿਲਕੁਲ ਠੀਕ ਹੋ ਗਿਆ ਹੈਗਾ। ਇਸ ਕਰਕੇ ਉਹ ਵਿਗ ਹਸਪੀਟਲ ਵਿੱਚ ਦਿਖਾ ਲੈਣ। ਠੀਕ ਆ, ਜਿਹੜਾ ਕੋਈ ਕੋਸਟਲੀ ਹੈਗਾ ਇਲਾਜ, ਕੋਈ ਗੱਲ ਨਹੀਂ, ਮੈਂ ਪੈਸੇ ਕੁਝ ਕਰ ਦਿਆਂਗਾ, ਪਰ ਜਿਹੜਾ ਹੈਗਾ ਜੀ ਕਿ ਉਹ ਆਪਣਾ ਇਲਾਜ ਜਿਹੜਾ ਹੈਗਾ ਵਿਗ ਤੋਂ ਕਰਵਾ ਲੈਣ ਜਲੰਧਰੋਂ ਜੀ। ਤੇ ਓਜੋਮੇਟ ਗੋਲੀ ਜਿਹੜੀ ਆ ਇਹ ਖਾਣੀ ਸ਼ੁਰੂ ਕਰ ਦੇ, 3 ਟਾਈਮ ਖਾਣ ਦੀ ਗੋਲੀ, ਸਵੇਰ ਸ਼ਾਮ ਤੇ ਦੁਪਹਿਰ। ਠੀਕ ਹੈ ਜੀ, ਮੈਂ ਤੁਹਾਡਾ ਮੈਸੇਜ, ਸਭ ਤੋਂ ਸਸਤੀ ਗੋਲੀ ਹੈ ਜੀ, ਜੇ ਤੁਸੀਂ ਉਹਨਾਂ ਨੂੰ ਕਨਵੇ ਕਰ ਦਿਓ। ਥੈਂਕ ਯੂ ਟੂ ਮੱਚ ਜੀ। ਹਾਂ ਮੈਂ ਇਹ ਗੋਲੀ ਦਾ ਨਾਮ ਲਿਖਤਾ ਅਜੋਨੋਮੇਟ। ਉਸ ਤੋਂ ਬਾਅਦ ਜਿਹੜਾ ਓਜ਼ੋਮੇਟ OZOMATE ਓਜੋਮੇਟ ਲਿਖ ਲਿਆ ਸਰ। ਓਜੋਮੇਟ ਸਪੈਲਿੰਗ ਮੈਂ ਕਰੈਕਟ ਕਰ ਲਿਆ। ਤੇ 3 ਟਾਈਮ ਖਾਣੀ, ਮਾਰਨਿੰਗ, ਆਫਟਰਨੂਨ ਤੇ ਈਵਨਿੰਗ। ਹਾਂਜੀ ਹਾਂਜੀ, ਬਹੁਤ ਜ਼ਰੂਰੀ ਹੈ ਜੀ ਇਹ। ਤੇ ਉਹਨਾਂ ਨੂੰ ਕਹਿ ਦਿਓ ਕਿ ਇਲਾਜ ਆਸੇ ਪਾਸੇ ਕਰਾ ਕੇ ਆਪਣਾ ਪੈਰ ਪੂਰ ਨਾ ਕਟਵਾ ਲੈਣ ਕਿਸੇ ਕੋਲੋਂ ਵੀ। ਹਰ ਇੱਕ ਇਹ ਗਾਈਡ ਹੀ ਕਰੀ ਜਾਂਦੇ ਸੀਗੇ। ਮੈਨੂੰ ਅੱਖਾਂ ਠੀਕ ਆ, ਮੈਂ ਆਪਣੀਆਂ ਖਰਾਬ ਕਰ ਲਈਆਂ ਸੀਗੀਆਂ, ਪਰ ਹੁਣ ਜੀ ਮੈਂ ਤੁਹਾਡੀ ਕਿਰਪਾ ਦੇ ਨਾਲ ਰਿਕਾਰਡ ਕਰਨਾ ਸ਼ੁਰੂ ਕੀਤਾ। ਜਿਹੜੀ ਅੱਖ ਤੋਂ ਮੈਨੂੰ ਨਹੀਂ ਦਿਸਦਾ ਸੀਗਾ ਜੀ, ਉਹ ਵੀ ਹੁਣ ਪ੍ਰਮਾਤਮਾ ਨੇ ਮੈਨੂੰ ਹੁਣ ਇੰਨਾ ਕੁ ਹੋ ਗਿਆ ਹੈਗਾ ਕਿ ਇਹਦਾ ਪੱਖਾ ਚੱਲਦਾ ਆ ਤੇ ਮੈਨੂੰ ਮਾੜਾ ਮਾੜਾ ਦਿਸ ਰਿਹਾ ਜੀ। ਕਿਸੇ ਪਾਸੇ ਕੋਈ ਲਾਈਟ ਪੈਂਦੀ ਆ, ਲਾਈਟ ਵੀ ਮੈਨੂੰ ਦਿਸਦੀ ਆ। ਜਿੱਦਾਂ ਹੁਣ ਸਾਹਮਣੇ ਸਾਡੇ ਦਰਵਾਜ਼ਾ ਆ, ਉਹਦੇ ਵਿੱਚ ਦੀ ਲਾਈਟ ਦਿਸ ਰਹੀ ਆ, ਮੈਨੂੰ ਦਿਸ ਰਿਹਾ ਹੁਣ ਉਸ ਅੱਖ ਨਾਲ, ਜਿਹੜੀ ਬਿਲਕੁਲ ਹੀ ਬੰਦ ਹੋ ਚੁੱਕੀ ਸੀ ਜੀ। ਇਸ ਕਰਕੇ ਪਲੀਜ਼ ਆਪਣਾ ਇਲਾਜ ਜ਼ਰੂਰ ਕਰਾਉਣ ਜੀ। ਮੈਂ ਰਿਕਾਰਡ ਕਰਦਾ ਸੀਗਾ ਕਿ ਸਿਮਰਨ ਕਰਨਾ ਹੈਗਾ, ਤੇ ਉਹਦੇ ਨਾਲ ਹੀ ਆਪਣਾ ਧਿਆਨ ਇਸ ਪੁਆਇੰਟ ਤੇ ਕਰਨਾ, ਸਰੀਰ ਦੀ ਬੋਡੀ ਤੇ। ਇਹ ਕਰ ਕਰਕੇ ਜਿਹੜਾ ਸੀ ਇਹਦੇ ਨਾਲ ਇਲਾਜ ਹੋ ਰਿਹਾ ਜੀ। ਠੀਕ ਹੈ, ਠੀਕ ਹੈ। ਅੱਛਾ, ਮਿਡ ਹਸਪੀਟਲ ਦਾ ਨਾਂ ਕੀ ਹੈ? ਵਿਗ VIG ਵਿਗ ਜਲੰਧਰ ਹੈ ਨਾ? ਜਲੰਧਰ ਹੈ ਜੀ, ਕਪੂਰਥਲਾ ਜਲੰਧਰ ਰੋਡ ਦੇ ਉੱਪਰ ਹੈਗਾ ਆ। ਜੰਮੂ ਹਸਪੀਟਲ ਦੇ ਬਿਲਕੁਲ ਆਪੋਜੀਟ ਆਈ ਨਹਿਰ ਦੇ ਉੱਪਰ ਆ। ਠੀਕ ਹੈ ਸਰ। ਉਹ ਵਿਚਾਰੀ ਦੀ ਅੱਖ ਚ ਆਈ ਹੈ ਤੇ ਇੰਜੈਕਸ਼ਨ ਲੱਗਣੇ ਆ, ਤੇ ਉਹ ਕੋਈ ਨਹੀਂ, ਆਪਾਂ ਉਹਨਾਂ ਨਾਲ ਉਹਦਾ ਜੋ ਹੈਗਾ ਇੰਜੈਕਸ਼ਨ ਵਗੈਰਾ ਲਾਉਣ ਦੀ ਇੰਨੀ ਜ਼ਿਆਦਾ ਲੋੜ ਨਹੀਂ ਰਹਿੰਦੀ ਹੈਗੀ ਜੀ। ਤੁਸੀਂ ਇਹ ਗੋਲੀਆਂ ਜਿਹੜੀਆਂ ਖਾਣੀਆਂ ਸ਼ੁਰੂ ਕਰਨ। ਜੇਕਰ ਇੰਜੈਕਸ਼ਨ ਲਾਉਂਦੇ ਵੀ ਆ ਨਾ ਲੋਕੀ, ਇੰਨਾ ਜ਼ਿਆਦਾ ਇਸ ਬਿਮਾਰੀ ਦੇ ਨਾਂ ਤੋਂ ਐਵੇਂ ਡਰਾ ਕੇ ਲੁੱਟੀ ਜਾਣ ਲੱਗੇ ਹੈਗੇ ਆ। ਇਹ 34 ਕਿ 35 ਰੁਪਏ ਦੀਆਂ 15 ਗੋਲੀਆਂ ਆਉਂਦੀਆਂ ਜੀ। ਠੀਕ ਹੈ ਸਰ। ਮੈਂ ਇਹ ਭਲਾਈ ਜਲੰਧਰੋਂ ਦਿਲ ਪੁੱਛਾ, ਮਾਰਕੀਟ ਦੇ ਵਿੱਚੋਂ ਗੋਲੀਆਂ ਲੈ ਲਓ, ਸਸਤੀਆਂ ਮਿਲਦੀਆਂ। ਬਾਹਰੋਂ ਹੋਰ ਕਿਸੇ ਕੋਲ ਤੁਹਾਨੂੰ ਕੋਈ ਚੀਟਿੰਗ ਕਰਨਗੇ, ਤੁਸੀਂ ਉੱਥੋਂ ਲੈ ਲਓ। ਜਲੰਧਰ ਦਿਲਕੁਸ਼ਾ ਮਾਰਕੀਟ ਏਜੰਸੀ ਵਾਲੇ ਹੈਗੇ ਆ, ਉਹਨਾਂ ਦੇ ਕੋਲ ਬਿਲਕੁਲ ਸਹੀ ਮਿਲਦੀ ਦਵਾਈ ਜੀ। ਚਲੋ ਬਹੁਤ ਸਰ, ਥੈਂਕ ਯੂ ਵੈਰੀ ਮਚ। ਤੁਹਾਡਾ ਮੈਸੇਜ ਮੈਂ ਕਨਵੇ ਕਰਕੇ ਤੇ ਉਹਨਾਂ ਦੀ ਹੈਲਪ ਕਰ ਦਾਂਗਾ। ਸੋ ਠੀਕ ਹੈ ਸਾਧ ਸੰਗਤ ਜੀ। ਹਾਂਜੀ ਵੀਰ ਜੀ, ਅੱਜ ਦੀ ਵਿਚਾਰ ਤੇ ਜਿਹੜੀ ਚੀਜ਼ ਦੱਸੀ ਹੈ, ਦੇਖੋ ਪਤਾ ਕੀ ਹੈ, ਪਲੀਜ਼ ਅੰਡਰਸਟੈਂਡ ਕਰੋ। ਆਤਮਾ ਤੱਤ ਤੇ ਜੇ ਤੁਸੀਂ ਜੀਵਨ ਬਤੀਤ ਕਰਨਾ ਹੈ ਨਾ, ਤੇ ਤੁਹਾਨੂੰ ਪ੍ਰੈਕਟੀਕਲੀ ਚੱਲਣਾ ਪੈਣਾ ਵਾ। ਉੱਥੇ ਤੁਸੀਂ ਝੂਠ ਨਹੀਂ ਕਰ ਸਕਦੇ। ਨਿਜੇ ਸਾਹਿਬ ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਗੱਲ ਪੈਸਿਆਂ ਦੀ ਨਹੀਂ ਹੈਗੀ, ਉੱਥੇ ਦੱਸਣਾ ਬਹੁਤ ਇੰਪੋਰਟੈਂਟ ਆ। ਕਿਉਂਕਿ ਉਸ ਬੰਦੇ ਨੇ ਵਾਈਬ੍ਰੇਸ਼ਨ ਭੇਜਣੀ ਆ ਮੈਨੂੰ। ਉਹਨੇ ਕਹਿਣਾ ਚਰਨਜੀਤ ਨੇ ਪੈਸੇ ਦਿੱਤੇ ਆ, ਪਰ ਚਰਨਜੀਤ ਨੇ ਤੇ ਦਿੱਤੇ ਨਹੀਂ ਪੈਸਾ। ਉਹ ਪੈਸਾ ਤੇ ਕਿਸੇ ਦਾ, ਉਹ ਪੈਸੇ ਤੁਹਾਡੇ ਆ, ਪਰ ਆਤਮਾ ਨੂੰ ਪਤਾ ਉਹ ਕਿੱਥੋਂ ਪੈਸਾ ਆਇਆ। ਔਰ ਇਹਦੇ ਚ ਹੀ ਆਤਮਾ ਖੁਸ਼ ਆ। ਜੇ ਇਹ ਨਹੀਂ ਕਿ ਮੈਨੂੰ ਉਹ ਮਾੜਾ ਕਹਿੰਦੀ ਆ ਕਿ ਚਰਨਜੀਤ ਨੇ ਨਹੀਂ ਦਿੱਤੀ, ਉਹ ਬਹੁਤ ਖੁਸ਼ ਆ। ਕਿਉਂਕਿ ਜਿਹੜੀ ਚੀਜ਼ ਜਿੱਥੋਂ ਆਈ ਆ, ਤੁਹਾਨੂੰ ਉੱਥੇ ਲੈ ਕੇ ਜਾਣੀ ਪਊਗੀ। ਜੇ ਕਿਸੇ ਨੇ ਚੰਗਾ ਕੰਮ ਕੀਤਾ, ਤੁਹਾਨੂੰ ਉਹਨੂੰ ਹੀ ਉਸਤਤ ਮਿਲਣੀ ਆ। ਤੁਸੀਂ ਕਿਸੇ ਦੀ ਉਸਤਤ ਲੈ ਨਹੀਂ ਸਕਦੇ। ਬਿਲਕੁਲ ਠੀਕ ਹੈ ਜੀ। ਤੇ ਜੇ ਤੁਸੀਂ ਲੈ ਲਓਗੇ ਤੇ ਉਹ ਫਿਰ ਧਰਮ ਦੇ ਖਿਲਾਫ ਹੈ। ਧਰਮ ਉਹਨੂੰ ਮੰਨਦਾ ਨਹੀਂ। ਅੱਜ ਦੀ ਵਿਚਾਰ ਇੱਥੇ ਆ। ਸੋ ਇਹ ਕਈ ਵਾਰੀ ਗੱਲਾਂ ਤੁਹਾਡੇ ਨਾਲ ਮੈਂ ਕਰੀ ਦੀਆਂ, ਤੇ ਇਹ ਕੋਈ ਸੋਭਾ ਨਹੀਂ ਆ। ਉਹ ਕਿਉਂ ਕਰੀ ਦੀਆਂ ਕਿ ਮਨ ਚ ਤੁਹਾਡੇ ਗਹਿਰੀਆਂ ਚੱਲ ਜਾਣ। ਉਦਾਂ ਗੱਲ ਗਹਿਰੀ ਨਹੀਂ ਜਾਂਦੀ। ਠੀਕ ਹੈ। ਇੱਥੇ ਮੈਨੂੰ 2 ਚੀਜ਼ਾਂ ਮਿਲੀਆਂ। ਇੱਕ ਤਾਂ ਉਦੋਂ ਦਾ ਕਲਾਇਡ ਦਾ ਵੀ ਪਤਾ ਲੱਗਾ, ਤੇ ਇੱਕ ਅੱਜ ਆ ਜਿਹੜਾ ਮੈਨੂੰ ਇਹਨਾਂ ਨੇ ਦੱਸਿਆ ਮੈਡੀਸਨ, ਇਹ ਵੀ ਮੈਂ ਮੈਸੇਜ ਜ਼ਰੂਰ ਪਹੁੰਚਾਵਾਂਗਾ। ਚਲੋ ਅੱਜ ਦੀ ਵਿਚਾਰ ਇੱਥੇ ਸਮਾਪਤ। ਹਾਂਜੀ ਜੀ, ਬਿਲਕੁਲ ਵਧੀਆ ਜੀ। ਠੀਕ ਹੈ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਅਸੀਂ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਹਾਂ, ਵਿਚਾਰ ਕਰਦੇ ਹਾਂ, ਬਾਣੀ ਸਰਵਣ ਕਰਦੇ ਹਾਂ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ ਕਿ ਤੂੰ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਮੇਰੇ ਪਿਤਾ ਦੀਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਦੀਨ ਰੋਗਤਾ ਬਖਸ਼ਣੀ, ਤੰਦਰੁਸਤੀ ਬਖਸ਼ਣੀ, ਸਮੱਤ ਬਖਸ਼ਣਾ, ਸੱਚ ਤੇ ਚੱਲਣ ਦੀ ਹਿੰਮਤ ਬਖਸ਼ਣੀ, ਬਲ ਬਖਸ਼ਣਾ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
साध संगत जी तुसीं चुप हो जाओ। वाहेगुरु 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 जी का खालसा वाहेगुरु जी की फतेह।